ਪਾਪ ਸਮੇਤ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਜਿਹੜੇ ਨੇ ਉਹ ਓਜ ਨਾਲ ਭਰੇ ਹੋਏ ਆ। ਓਜ ਦਾ ਅਰਥ ਹੁੰਦਾ ਕਿ ਤਾਕਤ। ਜਿਵੇਂ ਤੁਸੀਂ ਪਾਠ ਪੜ੍ਹਦੇ ਹੋ ਜਾਪ ਸਾਹਿਬ ਦਾ, ਉੱਥੇ ਮਹਾਰਾਜ ਸਾਹਿਬ ਨੇ ਇੱਕ ਸ਼ਬਦ ਵਰਤਿਆ ਕਿ ਅਮਿਤੋਜ। ਇਹਦਾ ਅਰਥ ਹੈ ਅਮਿਤ ਓਜ, ਇੰਨੀ ਤਾਕਤ ਕਿ ਪ੍ਰਮਾਤਮਾ ਦੇ ਕੋਲ ਉਹ ਅਮਿਤ ਹੈਗੀ, ਉਹਦੀ ਤਾਕਤ ਨੂੰ ਮਿਣਿਆ ਨਹੀਂ ਜਾ ਸਕਦਾ। ਭਾਈ ਸਾਹਿਬ ਦਾ ਪਿਆਰਾ ਬਚਨ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਜਿਹੜੇ ਨੇ ਉਹ ਬਲ ਦੇ ਨਾਲ ਭਰੇ ਹੋਏ ਆ। ਮਹਾਰਾਜ ਸਾਹਿਬ ਜੀ ਦੇ ਬਚਨ ਵੀਰ ਰਸ ਨਾਲ ਭਰੇ ਹੋਏ ਆ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀਰ ਰਸ ਨਾਲ ਭਰੇ ਕੋਈ ਬਚਨ ਜਦੋਂ ਭਗਵਾਨ ਦਾਸ ਘੇਰੜ ਨੇ ਸੁਣੇ ਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਿਹਰੇ ਦਾ ਪ੍ਰਭਾਵ ਜਦੋਂ ਭਗਵਾਨ ਦਾਸ ਘੇਰੜ ਦੇ ਉੱਪਰ ਪਿਆ ਗਏ ਜੀ। ਐ ਸਮਝਿਓ ਨਿੰਦਕ ਮਹਾ ਪ੍ਰਭ ਕੋ ਲਖਿਓ ਨਾ ਭੇ। ਅਸਲ ਚਾਹੀਦਾ ਇਹਨੂੰ ਇਹ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਭਾਵ ਨੂੰ ਕਬੂਲ ਲੈਂਦਾ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾਣ ਲੈਂਦਾ। ਪਰ ਇਹ ਨਿੰਦਕ ਬੰਦਾ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਹੀਂ ਸਮਝਿਆ, ਨਾ ਮਹਾਰਾਜ ਜੀ ਦੇ ਬਚਨਾਂ ਨੂੰ ਸਮਝਿਆ ਗਿਆ। ਕਹਿੰਦੇ ਨੇ ਇਸ ਬੰਦੇ ਨੇ ਅਸਲ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭੇਦ ਨੂੰ ਜਾਣਿਆ ਹੀ ਨਹੀਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਭੇਦ ਨੂੰ ਇਸ ਬੰਦੇ ਨੇ ਨਹੀਂ ਜਾਣਨਾ ਕੀਤਾ ਜੀ। ਬੋਲਿਓ ਬਹੁ ਕਠੋਰ ਅਭਮਾਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਨਿਮਰਤਾ ਤੇ ਕੀ ਪੈਦਾ ਹੋਣੀ ਆ? ਭਗਵਾਨ ਦਾਸ ਘੇਰੜ ਦੇ ਅੰਦਰ ਹੰਕਾਰ ਹੋਰ ਪੈਦਾ ਹੋ ਗਿਆ। ਹੰਕਾਰ ਦੇ ਨਾਲ ਭਰ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀਆਂ ਕਠੋਰ ਗੱਲਾਂ ਬੋਲਣ ਲੱਗਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੇ ਕੀ ਕਠੋਰ ਅੱਗੋਂ ਬੋਲਣ ਲੱਗਾ ਗਏ ਜੀ। ਸੁਣ ਕੇ ਤੋ ਬਾਣੀ। ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਭਗਵਾਨ ਦਾਸ ਘੇਰੜ ਆਖਣ ਲੱਗਾ ਕਿ ਹਰਗੋਬਿੰਦ ਆ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਡਰਨ ਵਾਲਾ ਨਹੀਂ, ਮੈਂ ਤੁਹਾਡੇ ਤੋਂ ਡਰਾਂਗਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਗੁਰੂ ਨਹੀਂ ਆਖਦਾ, ਸਤਿਕਾਰਤ ਸ਼ਬਦ ਨਹੀਂ ਵਰਤਦਾ। ਆਖਣ ਲੱਗਾ ਕਿ ਹਰਗੋਬਿੰਦ ਆ ਤੁਹਾਡੇ ਜ਼ੁਬਾਨ ਵਿੱਚੋਂ ਐਸੀਆਂ ਗੱਲਾਂ ਸੁਣ ਕੇ ਮਹਾਰਾਜ ਨੂੰ ਕਹਿਣ ਲੱਗਾ ਮੈਂ ਕਦੇ ਵੀ ਨਹੀਂ ਡਰਾਂਗਾ ਜੀ। ਤਦਾਰਕ ਤੇ ਸੰਗੇ ਐਸੇ। ਤਦਾਰਕ ਦਾ ਲਫ਼ਜ਼ ਦੇ ਅਰਥ ਹੁੰਦਾ ਕਿ ਇਹੋ ਜਿਹਾ ਕੰਮ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿਣ ਲੱਗਾ ਮੈਂ ਤੁਹਾਨੂੰ ਇਦਾਂ ਦੀ ਸਜ਼ਾ ਦਿਆਂਗਾ। ਸਾਹਿਬਾਨ ਨੂੰ ਕਹਿਣ ਲੱਗਾ ਮੈਂ ਤੁਹਾਡੇ ਨਾਲ ਇਦਾਂ ਦਾ ਕੰਮ ਕਰਕੇ ਵਿਖਾ ਦਿਆਂਗਾ ਜੀ ਕਿ ਜਿੰਨਾ ਚਿਰ ਤੁਹਾਡੀ ਉਮਰ ਅਗੇ ਤੁਸੀਂ ਮੈਨੂੰ ਯਾਦ ਰੱਖੋਗੇ। ਜਿਵੇਂ ਅਸੀਂ ਕਿਸੇ ਨੂੰ ਕਹਿੰਦੇ ਆ ਨਾ ਵੀ ਮੈਂ ਤੈਨੂੰ ਇਦਾਂ ਦਾ ਸਬਕ ਸਿਖਾਵਾਂਗਾ, ਤੂੰ ਯਾਦ ਹੀ ਰੱਖੇਗਾ। ਇਸੇ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਨੂੰ ਭਗਵਾਨ ਦਾਸ ਘੇਰੜ ਕਹਿੰਦੇ ਆਖਣ ਲੱਗਾ ਮੈਂ ਤੁਹਾਨੂੰ ਇਦਾਂ ਦੀ ਸਜ਼ਾ ਦਿਆਂਗਾ ਕਿ ਤੁਸੀਂ ਵੀ ਯਾਦ ਹੀ ਰੱਖੋਗੇ। ਮਹਾਰਾਜ ਸਾਹਿਬ ਨੂੰ ਕਹਿੰਦਾ ਹਰ ਵੇਲੇ ਤੁਸੀਂ ਮੈਨੂੰ ਯਾਦ ਰੱਖਣਾ ਕਰੋਗੇ ਜੀ। ਅਰਜਨ ਕੋ ਜਾ ਜਸ ਭਾਲ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਅਗਲੀ ਗੱਲ ਆ ਕੇ ਕਹਿੰਦਾ ਜਿਵੇਂ ਤੁਹਾਡੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਦਾ ਹਾਲ ਹੋਇਆ ਸੀ ਨਾ, ਜਿਵੇਂ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਦਾ ਮੈਂ ਹਾਲ ਕਰਕੇ ਰੱਖ ਦਿੱਤਾ ਸੀ ਜੀ। ਸਿਮਰਤ ਮਹਾ ਕਰਾ। ਆਖਣ ਲੱਗਾ ਉਦਾਂ ਦੀ ਹਾਲਤ ਮੈਂ ਤੁਹਾਡੀ ਕਰ ਦਿਆਂਗਾ, ਪਰ ਮੈਨੂੰ ਇਹ ਦੱਸੋ ਕਿ ਤੁਸੀਂ ਆਪਣੇ ਪਿਤਾ ਗੁਰੂ ਅਰਜਨ ਦੇਵ ਦੀ ਸਜ਼ਾ ਨੂੰ ਭਲਾ ਯਾਦ ਕਿਉਂ ਨਹੀਂ ਕਰਦੇ? ਆਪਣੇ ਪਿਤਾ ਗੁਰੂ ਅਰਜਨ ਦੇਵ ਦੀ ਸਜ਼ਾ ਨੂੰ ਤੁਸੀਂ ਭਲਾ ਚੇਤੇ ਕਿਉਂ ਨਹੀਂ ਰੱਖਣਾ ਕਰਦੇ ਜੀ? ਕੈਦ ਮੈਂ ਹਟ ਨ ਹਾਰਿਓ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭਗਵਾਨ ਦਾਸ ਘੇਰੜ ਕਹਿੰਦੇ ਆਖਰ ਲੱਗਾ ਕਿ ਹਰਗੋਬਿੰਦ ਤੇਰਾ ਪਿਤਾ ਇੰਨਾ ਜਿੱਦੀ ਸੀ ਕਿ ਕੈਦ ਵਿੱਚ ਪਿਆ ਉਹ ਮਰ ਤੇ ਗਿਆ ਗਏ, ਪਰ ਉਹਨੇ ਆਪਣੀ ਜਿੱਦ ਨਹੀਂ ਛੱਡੀ। ਮਹਾਰਾਜ ਸਾਹਿਬ ਨੂੰ ਕਹਿੰਦਾ ਉਹ ਇੰਨਾ ਜਿੱਦੀ ਸੀ ਕਿ ਕੈਦ ਵਿੱਚ ਪਏ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਨੇ, ਪਰ ਉਹਨੇ ਆਪਣੀ ਜਿੱਦ ਨਹੀਂ ਛੱਡਣਾ ਕੀਤੀ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਜਿਹੜੀਆਂ ਲੀਆਂ ਤੇ ਪਿਤਾ ਚੱਲਿਆ ਸੀ ਨਾ ਭਾਵ ਗੁਰੂ ਅਰਜਨ ਦੇਵ, ਆਖਰ ਲੱਗਾ ਹੁਣ ਉਹਨਾਂ ਲੀਆਂ ਤੇ ਅੱਗੇ ਪੁੱਤਰ ਵੀ ਚੱਲ ਪਿਆ ਅੱਗੇ ਭਾਵ ਗੁਰੂ ਹਰਗੋਬਿੰਦ ਸਾਹਿਬ ਦੀ। ਮਹਾਰਾਜ ਸਾਹਿਬ ਨੂੰ ਕਹਿੰਦਾ ਜਿਨ੍ਹਾਂ ਲੀਆਂ ਤੇ ਤੁਹਾਡਾ ਬਾਪ ਚੱਲਿਆ ਸੀ
ਉਹਨਾਂ ਲੀਕਾਂ ਦੇ ਉੱਪਰ ਤੁਸੀਂ ਵੀ ਚੱਲ ਪਏ ਹੋ ਜੀ। ਗੁਰੂ ਜਗ ਕਰਤੇ ਫਿਰੇ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਦੁਨੀਆ ਦੇ ਲੋਕ ਤੁਹਾਨੂੰ ਗੁਰੂ ਗੁਰੂ ਕਰਦੇ ਫਿਰਦੇ ਆ, ਤੁਹਾਡੇ ਪੈਰਾਂ ਤੇ ਮੱਥਾ ਟੇਕਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ, ਦੁਨੀਆ ਦੇ ਲੋਕ ਤੁਹਾਡਾ ਸਤਿਕਾਰ ਕਰਦੇ ਪਏ ਹਨ, ਬੰਧਨ ਕੋ ਬੰਚਨ ਕਰੇ। ਪਰ ਮੈਨੂੰ ਇਸ ਗੱਲ ਦਾ ਪਤਾ ਵਾ ਵੀ ਤੁਸੀਂ ਦੁਨੀਆ ਦੇ ਲੋਕਾਂ ਨੂੰ ਠੱਗਦੇ ਫਿਰਦੇ ਹੋ। ਮਹਾਰਾਜ ਨੂੰ ਕੌੜੀਆਂ ਗੱਲਾਂ ਕਹਿ ਰਿਹਾ ਭਗਵਾਨ ਦਾਸ ਘੇਰੜ ਕਿ ਲੋਕ ਤੁਹਾਨੂੰ ਗੁਰੂ ਗੁਰੂ ਕਹਿੰਦੇ ਨੇ, ਤੁਹਾਡਾ ਸਤਿਕਾਰ ਕਰਦੇ ਨੇ, ਪਰ ਮੈਨੂੰ ਇਸ ਗੱਲ ਦਾ ਗਿਆਨ ਕਿ ਘਰ ਗੋਬਿੰਦਾ ਤੁਸੀਂ ਲੋਕਾਂ ਨੂੰ ਠੱਗਦੇ ਫਿਰਦੇ ਗੋ ਜੀ। ਆਏ ਜਰਿਓ ਨਹਿ ਜਾਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਤੁਹਾਡੇ ਕੋਲ ਬਹੁਤ ਸਾਰਾ ਧਨ ਆ ਗਿਆ, ਕਿ ਬਹੁਤ ਸਾਰੀ ਮਾਇਆ ਆ ਗਈ ਗੇ, ਤੇ ਉਸ ਧਨ ਜਿਹੜਾ ਕਿ ਉਹ ਤੁਹਾਡੇ ਤੋਂ ਹੁਣ ਜਰਿਆ ਨਹੀਂ ਜਾ ਰਿਹਾ। ਮਹਾਰਾਜ ਨੂੰ ਆਖਿਆ, ਧਨ ਪਦਾਰਥ ਆ ਗਏ ਨੇ, ਤੁਹਾਡੇ ਤੋਂ ਸਾਂਭੇ ਨਹੀਂ ਜਾ ਰਹੇ ਜੀ। ਕਲ ਚਲ ਉਤਪਾਤ ਉਠਾਈ। ਇਸ ਕਰਕੇ ਤੁਸੀਂ ਜਿਸ ਜਗ੍ਹਾ ਤੇ ਜਾਂਦੇ ਹੋ ਉੱਥੇ ਜਾ ਕੇ ਝਗੜਾ ਪੈਦਾ ਕਰ ਦਿੰਦੇ ਹੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਭਗਵਾਨ ਦਾਸ ਘੇਰੜੇ ਏਦਾਂ ਦੀਆਂ ਗੱਲਾਂ ਕਹਿੰਦਾ ਏ। ਆਖਰ ਲੱਗਾ, ਤੁਹਾਡੇ ਕੋਲ ਚੋਖੀ ਮਾਇਆ ਆ ਗਈ ਆ, ਉਹ ਤੁਹਾਡੇ ਤੋਂ ਜਰੀ ਨਹੀਂ ਜਾ ਰਹੀ। ਇਸ ਕਰਕੇ ਤੁਸੀਂ ਥਾਂ ਬਰ ਥਾਂ ਜਾ ਕੇ ਬਹੁਤ ਸਾਰੇ ਝਗੜੇ ਪੈਦਾ ਕਰਦੇ ਪਏ ਗੋ ਜੀ। ਦੇਸ ਤੇ ਵਹਿਰ ਨਕਾਰੇ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਗਵਾਨ ਦਾਸ ਘੇਰੜ ਅੱਗੇ ਹੋਰ ਕਹਿੰਦਾ ਕਿ ਵੇਖੋ, ਤੁਹਾਨੂੰ ਬਾਦਸ਼ਾਹ ਨੇ ਉਸ ਇਲਾਕੇ ਚੋਂ ਬਾਹਰ ਕੱਢ ਦਿੱਤਾ ਹੈ। ਸੰਗਤ ਜੀ ਥੋੜੀ ਜਿਹੀ ਇੱਕ ਵਾਰੀ ਇਕਾਗਰਤਾ ਬਣਾਈਏ, ਕਿਉਂਕਿ ਮਨ ਦੀ ਇਕਾਗਰਤਾ ਬੜੀ ਜ਼ਰੂਰੀ ਆ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਸੀਂ ਇਤਿਹਾਸ ਨੂੰ ਨਾ ਅਸਲ ਸਾਡਾ ਦਿਲ ਇਹ ਕਰਦਾ ਹੈ ਵੀ ਜਿੰਨਾ ਕੋ ਸਮਾਂ ਆਪਾਂ ਬੈਠੇ ਹੁੰਨੇ ਆ ਨਾ, ਜਿੰਨੇ ਕਿ ਇਤਿਹਾਸ ਦੀ ਕਥਾ ਓਨੇ ਸਮੇਂ ਵਿੱਚ ਹੋ ਜਾਵੇ, ਉਹਦਾ ਸਾਡਾ ਇੰਨਾ ਅੰਦਰ ਉਤਰ ਜਾਏ ਇਤਿਹਾਸ ਕਿ ਜੇ ਕੋਈ ਬਾਅਦ ਵਿੱਚ ਪੁੱਛੇ ਤੇ ਅਸੀਂ ਅੱਖਰ ਅੱਖਰ ਉਹਨੂੰ ਸੁਣਾ ਸਕੀਏ। ਕਿਉਂਕਿ ਮੇਰਾ ਪ੍ਰਚਾਰ ਕਰਨ ਦਾ ਜਾਂ ਸਾਡਾ ਪ੍ਰਚਾਰਕਾਂ ਦਾ ਤਾਂ ਹੀ ਫਾਇਦਾ ਜੇ ਸੰਗਤ ਨੂੰ ਅਸੀਂ ਉਥੋਂ ਤੱਕ ਲਿਜਾ ਸਕੀਏ, ਤੇ ਸੰਗਤ ਵੀ ਤਾਂ ਜਾ ਸਕਦੀ ਆ ਜੇ ਸਾਰੀ ਸੰਗਤ ਐਨ ਆਪਣੇ ਮਨਾਂ ਨੂੰ ਇਕਾਗਰ ਕਰਕੇ ਬੈਠੀ ਹੋਵੇ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਗਵਾਨ ਦਾਸ ਘੇਰੜ ਕਹਿੰਦਾ ਏ। ਆਖਰ ਲੱਗਾ, ਵੇਖੋ ਤੁਹਾਨੂੰ ਬਾਦਸ਼ਾਹ ਸ਼ਾਹਜਹਾਨ ਨੇ ਉਸ ਇਲਾਕੇ ਚੋਂ ਵੀ ਕੱਢ ਦਿੱਤਾ ਏ, ਅੰਮ੍ਰਿਤਸਰ ਤੋਂ। ਆਖਣ ਲੱਗਾ, ਬਾਦਸ਼ਾਹ ਸ਼ਾਹਜਹਾਨ ਨੇ ਤੁਹਾਨੂੰ ਉਸ ਇਲਾਕੇ ਵਿੱਚੋਂ ਬਾਹਰ ਕੱਢ ਦਿੱਤਾ ਕਿ ਜੀ। ਆਖਣ ਲੱਗਾ, ਜਦੋਂ ਉਸ ਬਾਦਸ਼ਾਹ ਨੇ ਤੁਹਾਨੂੰ ਉਸ ਇਲਾਕੇ ਚੋਂ ਬਾਹਰ ਕੱਢ ਦਿੱਤਾ ਕਿ, ਤੇ ਮਹਾਰਾਜ ਸਾਹਿਬ ਨੂੰ ਕਹਿਣ ਲੱਗਾ, ਤੁਸੀਂ ਅਜੇ ਵੀ ਨਹੀਂ ਸਮਝੇ ਕਿ ਤੁਹਾਡੇ ਅੰਦਰ ਡਰ ਨਹੀਂ ਹੈਗਾ ਕੋਈ, ਤੁਸੀਂ ਬਾਦਸ਼ਾਹ ਤੋਂ ਡਰਦੇ ਨਹੀਂ। ਜਦੋਂ ਤੁਹਾਨੂੰ ਉਸ ਇਲਾਕੇ ਵਿੱਚੋਂ ਕੱਢ ਦਿੱਤਾ ਗਿਆ ਕਿ ਤੇ ਤੁਹਾਨੂੰ ਚਾਹੀਦਾ ਸੀ ਬਾਦਸ਼ਾਹ ਦੀ ਤਾਕਤ ਨੂੰ ਸਮਝ ਜਾਂਦੇ, ਪਰ ਤੁਸੀਂ ਨਹੀਂ ਸਮਝੇ। ਤੁਹਾਨੂੰ ਚਾਹੀਦਾ ਸੀ ਬਾਦਸ਼ਾਹ ਦਾ ਡਰ ਹਿਰਦੇ ਅੰਦਰ ਪੈਦਾ ਕਰ ਲੈਂਦੇ, ਪਰ ਨਹੀਂ ਕੀਤਾ। ਕੀ ਤੁਹਾਡੇ ਅੰਦਰ ਡਰ ਨਹੀਂ ਹੈਗਾ ਕਿ ਜਾਂ ਤੁਸੀਂ ਬਾਦਸ਼ਾਹ ਦੀ ਤਾਕਤ ਨੂੰ ਨਹੀਂ ਸਮਝਦੇ ਪਏ ਜੀ। ਆਖਰ ਲੱਗਾ, ਆਪਣੇ ਵਡੇਰਿਆਂ ਵੱਲ ਵੇਖੋ, ਸ੍ਰੀ ਗੁਰੂ ਨਾਨਕ ਮਹਾਰਾਜ ਵੀ ਤੇ ਹੋਈ ਹੈ ਨਾ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਹਿਲੇ ਗੁਰੂ ਹੋਏ ਗਨ। ਆਖਰ ਲੱਗਾ, ਉਹਨਾਂ ਤੋਂ ਬਾਅਦ ਦੂਜੇ ਗੁਰੂ ਅੰਗਦ ਦੇਵ ਜੀ ਹੋਏ ਨੇ, ਜਾਂ ਉਹਨਾਂ ਤੋਂ ਬਾਅਦ ਤੀਜੀ ਜਗ੍ਹਾ ਤੇ ਫਿਰ ਗੁਰੂ ਅਮਰਦਾਸ ਜੀ ਹੋਏ ਆ। ਭਗਵਾਨ ਦਾਸ ਘੇਰੜ ਕਹਿੰਦਾ, ਕਿੱਧਰ ਗਏ ਆ ਤੁਸੀਂ? ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ, ਪਰ ਮੈਨੂੰ ਦੱਸੋ ਵੀ ਕਿਤੇ ਲੱਭਦੇ ਆ ਗੁਰੂ ਨਾਨਕ ਕਿਧਰ ਚਲਿਆ ਗਿਆ, ਗੁਰੂ ਅਮਰਦਾਸ ਕਿਧਰ ਚਲਿਆ ਗਿਆ? ਇਦਾਂ ਦੀਆਂ ਗੱਲਾਂ ਕਹਿ ਰਹੇ। ਆਖਰ ਲੱਗਾ, ਤੁਹਾਡੇ ਵਡੇਰੇ ਜਿਹੜੇ ਨੇ ਉਹ ਕਿਸ ਪਾਸੇ ਚਲੇ ਗਏ ਗਨ? ਆਖਰ ਲੱਗਾ, ਉਸ ਤੋਂ ਬਾਅਦ ਜਿਹੜਾ ਤੁਹਾਡਾ ਗੁਰੂ ਹੋਇਆ ਕਿ ਗੁਰੂ ਰਾਮਦਾਸ, ਤੇ ਪੰਜਵੀਂ ਜਗ੍ਹਾ ਤੇ ਜਿਹੜਾ ਤੁਹਾਡਾ ਗੁਰੂ ਅਰਜਨ ਦੇਵ ਹੋਇਆ, ਮੈਨੂੰ ਦੱਸੋ ਉਹਦੇ ਨਾਲ ਕੀ ਬੀਤੀ ਹੈ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮੈਨੂੰ ਦੱਸੋ ਉਹਦੇ ਨਾਲ ਕੀ ਬੀਤੀ ਗਏ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਯਾਦ ਰੱਖੋ ਤੁਸੀਂ ਗੁਰੂ ਨਾਨਕ ਤੋਂ ਲੈ ਕੇ ਹੁਣ ਤੱਕ ਦੁਨੀਆ ਦੇ ਲੋਕਾਂ ਨੂੰ ਠੱਗਿਆ ਵਾ। ਇਹ ਗੱਲ ਵੈਸੇ ਸਾਡੀ ਜ਼ਬਾਨ ਚੋਂ ਨਹੀਂ ਨਿਕਲਣੀ ਚਾਹੀਦੀ, ਕਿਉਂਕਿ ਗੁਰੂ ਸਾਹਿਬਾਨ ਸਾਡੇ ਗੁਰੂ ਆ। ਪਰ ਅਸੀਂ ਕੱਲ੍ਹ ਵੀ ਬੇਨਤੀ ਕੀਤੀ ਸੀ ਸੰਗਤ ਦੀ
ਜੇ ਅਸੀਂ ਇਹ ਗੱਲ ਆਪਦੇ ਤੱਕ ਨਹੀਂ ਲੈ ਕੇ ਆਵਾਂਗੇ ਤੇ ਫਿਰ ਸੰਗਤ ਨੂੰ ਇਤਿਹਾਸ ਦਾ ਪਤਾ ਕਿੱਦਾਂ ਲੱਗੇਗਾ। ਵਿਰੋਧੀ ਦੀ ਗੱਲ ਵੀ ਤੇ ਬਿਆਨ ਹੋਣੀ ਚਾਹੀਦੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਭਗਵਾਨ ਦਾਸ ਘੇਰੜ ਕਹਿੰਦਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਹੁਣ ਤੱਕ ਤੁਸੀਂ ਦੁਨੀਆ ਦੇ ਲੋਕਾਂ ਨੂੰ ਠੱਗਿਆ ਗਏ ਔਰ ਠੱਗ ਕੇ ਮਾਇਆ ਦੇ ਨਾਲ ਆਪਣੇ ਘਰ ਭਰ ਲਏ ਗਨ। ਅਜ਼ਮਤਵੰਤ ਕਹਾਵਤ ਕੂਰੇ। ਆਖਣ ਲੱਗਾ ਤੁਸੀਂ ਆਪਣੇ ਆਪ ਨੂੰ ਅਜ਼ਮਤਵੰਤ ਅਖਵਾਉਂਦੇ ਹੋ ਵੀ ਸਾਡੇ ਕੋਲ ਕੋਈ ਰੂਹਾਨੀ ਤਾਕਤ ਆ, ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਇਹ ਨਿਰਾ ਝੂਠ। ਹਾਲਾਂਕਿ ਗੁਰੂ ਸਾਹਿਬ ਨੇ ਕਦੇ ਨਹੀਂ ਸੀ ਆਖਿਆ ਵੀ ਮੇਰੇ ਕੋਲ ਬੜੀ ਤਾਕਤ ਆ ਜਾਂ ਸਾਡੇ ਕੋਲ ਕੋਈ ਅਜ਼ਮਤ ਹੈਗੀ ਆ। ਇਹ ਆਪਣੇ ਕੋਲੋਂ ਹੀ ਕਹਿ ਰਹੇ। ਕਹਿੰਦਾ ਲੋਕਾਂ ਨੂੰ ਤੁਸੀਂ ਆਖਦੇ ਹੋ ਵੀ ਅਸੀਂ ਕਰਾਮਾਤਾਂ ਦੇ ਮਾਲਕ ਹਾਂ, ਤੇ ਸੱਚੇ ਪਾਤਸ਼ਾਹ ਨੂੰ ਕਹਿੰਦਾ ਇਹ ਨਿਰਾ ਝੂਠ ਕੇ ਐਸੀ ਕੋਈ ਵੀ ਗੱਲ ਤੁਹਾਡੇ ਵਿੱਚ ਨਹੀਂ ਗਏ ਜੀ। ਬਨ ਬੈਠੇ ਗੁਰਪੂਰੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਖਲੋਤਾ ਭਗਵਾਨ ਦਾਸ ਘੇਰੜ ਕਹਿ ਰਹੇ, ਆਖਰ ਲੱਗਾ ਤੁਸੀਂ ਲੋਕਾਂ ਵਿੱਚ ਪ੍ਰਚਾਰ ਕਰ ਕਰਕੇ ਗੁਰੂ ਬਣ ਗਏ ਹੋ। ਤੁਹਾਨੂੰ ਚਾਰ ਗੱਲਾਂ ਕਰਨੀਆਂ ਆਉਂਦੀਆਂ ਨੇ, ਅਗਾਂਹ ਤੁਸੀਂ ਆਪਣੇ ਪ੍ਰਚਾਰ ਕਰਕੇ ਨੇ ਉਹ ਤੁਹਾਡੀ ਵਡਿਆਈ ਕਰਦੇ ਆ ਤੇ ਇਦਾਂ ਗੁਰੂ ਬਣ ਕੇ ਬਹਿ ਗਏ ਹੋ। ਮਹਾਰਾਜ ਸੱਚੇ ਪਾਤਸ਼ਾਹ ਨੂੰ ਭਗਵਾਨ ਦਾਸ ਘੇਰੜ ਕਹਿੰਦਾ ਕਿ ਤੁਸੀਂ ਲੋਕਾਂ ਵਿੱਚ ਆਪਣਾ ਪ੍ਰਚਾਰ ਕਰ ਕਰਕੇ ਹੀ ਗੁਰੂ ਬਣ ਕੇ ਬੈਠ ਗਏ ਹੋ ਜੀ। ਜਾਹੋ ਜੇ ਭਲੋ ਚਹੰਤਾ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਭਗਵਾਨ ਦਾਸ ਘੇਰੜ ਕਹਿੰਦਾ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਨਾ ਤੇ ਫਿਰ ਆਹ ਜਗ੍ਹਾ ਛੱਡ ਕੇ ਚਲੇ ਜਾਓ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਜੇ ਭਲਾ ਚਾਹੁੰਦੇ ਹੋ ਤੇ ਫਿਰ ਇਸ ਜਗ੍ਹਾ ਨੂੰ ਤਿਆਗ ਕੇ ਤੁਸੀਂ ਚਲੇ ਜਾਣਾ ਕਰੋ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਤੁਸੀਂ ਮਹੰਤ ਬਣੇ ਹੋ। ਮਹੰਤਦਾਰ ਤੋਂ ਦਾ ਕੇ ਆਗੂ ਸਾਹਿਬਾਂ ਨੂੰ ਕਹਿਣ ਲੱਗਾ ਤੁਸੀਂ ਆਪਣੇ ਆਪ ਵਿੱਚ ਮਹੰਤ ਬਣੇ ਹੋ, ਤੇ ਜੇ ਇਸ ਜਗ੍ਹਾ ਨੂੰ ਤੁਸੀਂ ਛੱਡ ਕੇ ਨਾ ਗਏ ਤੇ ਮੈਂ ਤੁਹਾਨੂੰ ਹੌਲੇ ਕਰਕੇ ਭੇਜਾਂਗਾ। ਇਹ ਕਰੜੀ ਗੱਲ ਗੇ। ਸਾਹਿਬਾਂ ਨੂੰ ਕਹਿਣ ਲੱਗਾ ਜੇ ਨਾ ਗਏ ਤੇ ਫਿਰ ਮੈਂ ਇਸ ਜਗ੍ਹਾ ਤੋਂ ਤੁਹਾਨੂੰ ਹੌਲੇ ਕਰਕੇ ਭੇਜਾਂਗਾ ਜੀ। ਕਾਰਨ ਲੱਗਾ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੰਨੀਆਂ ਗੱਲਾਂ ਕਹਿ ਕੇ ਨਾ, ਜਦੋਂ ਇਹਨੇ ਭੈੜੀਆਂ ਗੱਲਾਂ ਭਗਵਾਨ ਦਾਸ ਘੇਰੜ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਣਿਆ ਕੀਤੀਆਂ ਹਨ, ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀਰ ਰਸ ਜਾਗ ਪਿਆ। ਕਿਉਂਕਿ ਵੱਡੇ ਗੁਰੂ ਸਾਹਿਬਾਨ ਪ੍ਰਤੀ ਵੀ ਇਹਨੇ ਭੈੜੇ ਸ਼ਬਦ ਬੋਲੇ ਨੇ। ਗੁਰੂ ਨਾਨਕ ਦੇਵ ਮਹਾਰਾਜ ਵਾਸਤੇ ਵੀ, ਸਤਿਗੁਰੂ ਅੰਗਦ ਦੇਵ ਮਹਾਰਾਜ ਵਾਸਤੇ ਵੀ, ਮੁੱਕਦੀ ਗੱਲ ਗੁਰੂ ਅਰਜਨ ਸਾਹਿਬ ਜੀ ਤੱਕ। ਤੇ ਅਸੀਂ ਕੱਲ ਵੀ ਬੇਨਤੀ ਕੀਤੀ ਸੀ ਵੀ ਸਿੱਖ ਦਾ ਹਿਰਦਾ ਮਹਾਰਾਜ ਨੇ ਇਦਾਂ ਦਾ ਬਣਾਏ, ਇਹਨੂੰ ਆਪਣੇ ਆਪ ਨੂੰ ਕੋਈ ਕਹਿ ਜਾਵੇ ਤੇ 100 ਵਾਰੀ ਕਹਿ ਜਾਵੇ, ਪਰ ਇਹ ਕਦੇ ਆਪਣੇ ਗੁਰੂ ਨੂੰ ਭੈੜੀ ਗੱਲ ਕੋਈ ਆਖ ਜਾਵੇ ਉਹਨੂੰ ਸੁਣ ਕੇ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਇੱਕ ਵਿਦਵਾਨ ਨੇ ਆਖਿਆ ਕਿਉਂਕਿ ਅੱਜ ਕੋਈ ਬੰਦਾ ਗਲਤੀ ਕਰੇ ਨਾ, ਅੱਜ ਵੀ ਸਾਡੇ ਸਿੱਖ ਸਮਾਜ ਵਿੱਚ ਹੀ ਅਸੀਂ ਪਤਾ ਕੀ ਕਹਿੰਦੇ, ਇਹਨੇ ਐਡਾ ਵੱਡਾ ਗਾਤਰਾ ਪਾਇਆ ਤੇ ਕੰਮ ਆ ਕਰਦਾ ਹੈ। ਉਹ ਸਿੱਖ ਵਿਦਵਾਨ ਕਹਿੰਦਾ ਨਹੀਂ, ਜੇ ਮੈਂ ਗਲਤੀ ਕੀਤੀ ਆ ਤੇ ਮੈਨੂੰ ਆਖੋ, ਮੇਰੇ ਗੁਰੂ ਦਾ ਕੋਈ ਇਹਦੇ 'ਚ ਗੁਨਾਹ ਨਹੀਂ। ਗੁਰੂ ਨੇ ਥੋੜਾ ਆਖਿਆ ਸੀ ਵੀ ਆ ਕਰਮ ਤੂੰ ਕਰ ਦਈ ਅੰਮ੍ਰਿਤ ਛਕ ਕੇ। ਗੁਰੂ ਨੇ ਥੋੜਾ ਆਖਿਆ ਸੀ ਵੀ ਸ੍ਰੀ ਸਾਹਿਬ ਪਾ ਕੇ ਆ ਕੰਮ ਕਰੀ। ਨਹੀਂ, ਇਹ ਗਲਤੀ ਗੁਰੂ ਨੇ ਕੀਤੀ, ਇਹ ਗਲਤੀ ਮੈਂ ਕੀਤੀ। ਇਸ ਕਰਕੇ ਮੇਰੀ ਗਲਤੀ ਦਾ ਅਹਿਸਾਸ ਮੈਨੂੰ ਹੋਣਾ ਚਾਹੀਦਾ, ਉਲਾਮਾ ਮੈਨੂੰ ਮਿਲਣਾ ਚਾਹੀਦਾ, ਮੇਰੇ ਗੁਰੂ ਨੂੰ ਨਹੀਂ। ਅਗਲੀ ਗੱਲ ਉਸ ਵਿਦਵਾਨ ਨੇ ਆਖੀ ਜੇ ਮੈਂ ਗਲਤੀ ਕੀਤੀ ਆ ਤੇ ਇਹ ਗੱਲ ਮੈਨੂੰ ਆਖ, ਕਿਸੇ ਦੂਜੇ ਨੂੰ ਨਹੀਂ, ਕਿਉਂਕਿ ਸੁਧਰਨਾ ਮੈਂ ਆ, ਕਿਸੇ ਦੂਜੇ ਨੇ ਨਹੀਂ ਸੁਧਰਨਾ, ਕਿਉਂਕਿ ਗਲਤੀ ਜੋ ਮੈਂ ਕਰ ਰਿਹਾ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਆਪ ਨੂੰ ਇਹਨੇ ਬੜਾ ਕੁਛ ਆਖਿਆ। ਆਪਾਂ ਕੱਲ ਤੇ ਪਰਸੋਂ ਵੀ ਸੁਣੇ, ਮਹਾਰਾਜ ਸਾਹਿਬ ਜੀ ਨੇ ਕੋਈ ਬਹੁਤੀ ਗੱਲ ਨਹੀਂ ਆਖੀ, ਪਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਵੀ ਇਹਨੇ ਭੈੜੀ ਸ਼ਬਦਾਵਲੀ ਬੋਲੀ ਤੇ ਮਹਾਰਾਜ ਜੀ ਦਾ ਵੀਰ ਰਸ ਜਾਗ ਪਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵੀਰ ਰਸ ਵਿੱਚ ਆ ਗਏ ਗਾਨਾ। ਸ੍ਰੀ ਨਾਨਕ ਤੇ ਆ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਤਾਂ ਇਸ ਬੰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਹੁਣ ਤੱਕ ਜਿੰਨੇ ਗੁਰੂ ਸਾਹਿਬਾਨ ਸਰੀਰ ਵਿੱਚ ਹੋਏ ਆ, ਜਾਣੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੱਕ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨੇ ਬੇਮਰਜ਼ਾਦਾ ਹੋ ਕੇ ਗੱਲਾਂ ਕਹੀਆਂ। ਕਿਉਂਕਿ ਗੱਲਾਂ ਕਰਨ ਦਾ ਇੱਕ ਅਸੂਲ ਹੁੰਦਾ ਵਾ,
ਅਸੀਂ ਕਿਸੇ ਨਾਲ ਕੋਈ ਗੱਲ ਗੁੱਸੇ ਗਿਲੇ ਵਾਲੀ ਵੀ ਕਰਨੀ ਆ ਨਾ, ਉਹਦਾ ਇੱਕ ਅਸੂਲ ਹੁੰਦਾ ਵਾ। ਕਿਸੇ ਮਰਜ਼ਾਦਾ ਵਿੱਚ ਰਹਿ ਕੇ ਗੱਲ ਕੀਤੀ ਜਾਵੇ ਤੇ ਉਸ ਮਸਲੇ ਦਾ ਹੱਲ ਨਿਕਲਦੇ। ਪਰ ਬਹੁਤੇ ਲੋਕ ਜਿਹੜੇ ਨੇ ਉਹ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਕੇ ਬੇਮਰਜ਼ਾਦਾ ਹੋ ਜਾਂਦੇ, ਜਾਣੀ ਬੇਅਸੂਲੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੱਲ ਆਖੀ, ਕਹਿਣ ਲੱਗੇ ਇਹ ਬੇਮਰਜ਼ਾਦਾ ਹੋ ਗਿਆ ਕਿ ਜਾਣੀ ਬੇਅਸੂਲਾ ਹੋ ਗਿਆ ਕਿ, ਤੇ ਬੇਅਸੂਲਾ ਹੋ ਕੇ ਇਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਪ੍ਰਤੀ ਭੈੜੀ ਸ਼ਬਦਾਵਲੀ ਵਰਤੀ ਗਏ ਜੀ। ਸਨਮੁਖ ਗਾਰ ਨਕਾਰ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਅਗਲੀ ਗੱਲ ਇਹ ਕਿ ਸੰਗਤ ਵਿੱਚ ਬਹਿ ਕੇ ਜਿੱਥੇ ਬੰਦੇ ਨੂੰ ਸਤਿਕਾਰਤ ਸ਼ਬਦ ਵਰਤਣੇ ਚਾਹੀਦੇ ਆ, ਉਸ ਜਗ੍ਹਾ ਤੇ ਬਹਿ ਕੇ ਨੇ ਗਾਲਾਂ ਕੱਢੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਨੇ ਕਬੋਲ ਬੋਲ ਵੀ ਬੋਲੇ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਇਹਨੇ ਸੰਗਤ ਵਿੱਚ ਬਹਿ ਕੇ ਗੁਰੂ ਨਾਨਕ ਦੇ ਘਰ ਨੂੰ ਬਹੁਤੇ ਕਬੋਲ ਬੋਲੇ ਗਨ। ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਧਿਆਨ ਵਿੱਚ ਲਿਆਂਦਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਸਨ ਉਹਨਾਂ ਦੇ ਹਿਰਦੇ ਅੰਦਰ ਵੀਰ ਰਸ ਪੈਦਾ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦੇ ਵੀਰ ਰਸ ਵਿੱਚ ਆ ਗਏ ਗਨ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਇੱਕ ਬਚਨ ਆਖੇ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਮੂੰਹ ਨਾਲ ਇਸ ਬੰਦੇ ਨੇ ਗੁਰੂ ਨਾਨਕ ਦੇ ਘਰ ਦੀ ਨਿੰਦਾ ਕੀਤੀ ਆ, ਨਿੰਦਕ ਦਾ ਫਲ ਕੀ ਆ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਮੁਖੜੇ ਦੇ ਨਾਲ ਇਸ ਬੰਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਨਿੰਦਾ ਕੀਤੀ ਗਏ ਜੀ। ਪਾਤਸ਼ਾਹ ਜੀ ਕਹਿੰਦੇ ਉਹਦੇ ਉਸੇ ਮੂੰਹ ਤੇ ਚਾਰ ਲਾਓ ਤਾਂ ਜੋ ਇਹਨੂੰ ਉਹਦਾ ਫਲ ਮਿਲ ਸਕੇ। ਇਹ ਸੰਗਤ ਦੀ ਗੱਲ ਬੜੀ ਇਕਾਗਰਤਾ ਨਾਲ ਸਮਝਣ ਵਾਲੀ ਆ। ਅਸੀਂ ਪਿੱਛੇ ਵੀ ਬੇਨਤੀ ਕਰਦੇ ਆਏ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਾਇਰ ਤੇ ਬੁੱਝਦਿਲ ਨਹੀਂ ਪੈਦਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਾਇਰ ਤੇ ਬੁੱਝਦਿਲ ਨਹੀਂ ਸਾਨੂੰ ਬਣਾਇਆ। ਦੁਨੀਆ ਦੇ ਲੋਕ ਤਾਂ ਇਹ ਕਹਿੰਦੇ, ਅਸੀਂ ਕੱਲ ਵੀ ਆਖਿਆ ਸੀ ਤੇ ਅਸੀਂ ਜੋ ਮਰਜ਼ੀ ਆਖੀ ਜਾਈਏ, ਪਰ ਜਿਸ ਬੰਦੇ ਨੇ ਅੰਮ੍ਰਿਤ ਛਕੇ ਨਾ ਉਹ ਅੱਗੋਂ ਸਾਨੂੰ ਮਾੜਾ ਨਾ ਬੋਲੇ, ਕੋਈ ਅੱਗੋਂ ਜਵਾਬ ਨਾ ਦੇ। ਇਦਾਂ ਹੀ ਕਹਿੰਦੇ ਆ ਨਾ। ਤੇ ਜੇ ਅਗਲਾ ਬੋਲਦੇ ਆਖਣਗੇ ਵੇਖੋ ਜੀ ਅੰਮ੍ਰਿਤ ਛਕ ਕੇ ਕੀ ਬੋਲਦਾ ਪਏ। ਨਹੀਂ, ਗੁਰੂ ਕਹਿੰਦਾ ਕਿ ਠੀਕ ਕਿ ਉਹਨੇ ਤੈਨੂੰ ਕਰੜਾ ਜਵਾਬ ਨਹੀਂ ਦੇਣਾ, ਪਰ ਤੈਨੂੰ ਕਿਹਨੇ ਹੱਕ ਦਿੱਤਾ ਵੀ ਤੂੰ ਉਹਨੂੰ ਇਦਾਂ ਬੋਲੀ ਜਾਏ? ਮਹਾਰਾਜ ਸਾਹਿਬ ਨੇ ਆਖਿਆ ਠੀਕ ਕਿ ਸਿੱਖ ਨੇ ਪਹਿਲਾਂ ਕਿਸੇ ਨੂੰ ਕੌੜੀ ਗੱਲ ਨਹੀਂ ਕਹਿਣੀ ਤੇ ਮੁਕੰਮਲ ਕੇ ਕਲੀਅਰ ਕੇ, ਪਰ ਜੇ ਅਗਲਾ ਬੋਲੀ ਜਾਏ ਫਿਰ ਉਸ ਬੰਦੇ ਨੂੰ ਦੀ ਭਾਸ਼ਾ ਵਿੱਚ ਜਵਾਬ ਤਾਂ ਦੇਣਾ ਬਣਦਾ ਹੈ ਨਾ। ਕੱਲ ਆਪਾਂ ਸਰਵਣ ਕੀਤਾ ਸੀ, ਮਹਾਰਾਜ ਸਾਹਿਬ ਜੀ ਕਹਿੰਦੇ ਇਹ ਠੀਕ ਕਿ ਚੰਦਨ ਜਿਹੜਾ ਕਿ ਉਹ ਬੜਾ ਜ਼ਿਆਦਾ ਸੀਤਲ ਹੁੰਦਾ ਹੈ, ਬੜਾ ਠੰਡਾ ਹੁੰਦਾ ਵਾ, ਪਰ ਜੇ ਕੋਈ ਬੰਦਾ ਚੰਦਨ ਨੂੰ ਘਸਾਈ ਜਾਵੇ ਤੇ ਉਹਦੇ ਚੋਂ ਅੱਗ ਵੀ ਪੈਦਾ ਹੋ ਜਾਂਦੀ ਹੈ ਤੇ ਉਹ ਠੰਡਾ ਤੇ ਸੀਤਲ। ਪਰ ਕੋਈ ਚੰਦਨ ਨੂੰ ਦੁਖੀ ਕਰੀ ਜਾ ਰਹੇਗਾ ਕਿ ਉਹਨੂੰ ਘਸਾਈ ਜਾ ਰਹੇਗਾ ਕਿ ਹੁਣ ਚੰਦਨ ਵਿੱਚੋਂ ਅੱਗ ਵੀ ਪੈਦਾ ਹੋ ਜਾਂਦੀ ਹੈ। ਇਹ ਠੀਕ ਕਿ ਨਾਮ ਰਸ ਗਿਆ ਬੰਦਾ ਬੜਾ ਠੰਡਾ ਹੁੰਦਾ ਕਿ ਬੜਾ ਕੋਮਲ ਹੁੰਦਾ ਕਿ, ਪਰ ਜੇ ਕੋਈ ਨਾਮ ਜਪਣ ਵਾਲੇ ਨੂੰ ਕਿਸੇ ਸਿਆਣੇ ਬੰਦੇ ਨੂੰ ਟਿਕਣ ਹੀ ਨਾ ਦੇ ਤੇ ਕਈ ਵਾਰੀ ਉਹਦੀ ਜ਼ਿੰਦਗੀ ਚੋਂ ਵੀ ਭਾਂਬੜ ਪੈਦਾ ਹੋ ਜਾਂਦਾ। ਬਾਬਾ ਦੀਪ ਸਿੰਘ ਬੈਠੇ ਸਨ ਦਮਦਮਾ ਸਾਹਿਬ ਦੀ ਧਰਤੀ ਤੇ, ਕਰ ਰਹੇ ਸਨ ਬੰਦਗੀ। ਮਾਲਾ ਪੜੀ ਹੋਈ ਸੀ ਉਹਨਾਂ ਨੇ ਆਪਣੇ ਹੱਥ ਦੇ ਵਿੱਚ, ਪਰ ਜਦੋਂ ਪਤਾ ਲੱਗਾ ਕਿ ਇਸ ਦੁਸ਼ਮਣ ਦੇ ਹੌਸਲੇ ਇੰਨੇ ਵੱਧ ਕੇ ਨੇ ਸਾਡੇ ਹਰਮੰਦਰ ਤੱਕ ਵੀ ਪਹੁੰਚ ਗਏ ਆ, ਉਸ ਬਾਬੇ ਨੇ ਆਖਿਆ ਠੀਕ ਕਿ ਮੈਂ ਇਹਨਾਂ ਨੂੰ ਬੜਾ ਬਖਸ਼ਿਆ ਤੇ ਬਖਸ਼ਣਾ ਮੇਰਾ ਫਰਜ਼ ਸੀ, ਪਰ ਇਹਨਾਂ ਦੇ ਹੌਸਲੇ ਇੰਨੇ ਵੱਧ ਗਏ ਹੁਣ ਹਰਮੰਦਰ ਤੱਕ ਚਲੇ ਗਏ ਨੇ, ਹੁਣ ਮੈਨੂੰ ਮਾਲਾ ਰੱਖ ਕੇ ਤੇ ਖੰਡਾ ਲੈ ਲੈਣਾ ਚਾਹੀਦਾ। ਬਾਬਾ ਦੀਪ ਸਿੰਘ ਨੇ ਸਿੱਖਿਆ ਦਿੱਤੀ ਆ ਸਾਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਬਰਦਾਸ਼ਤ ਕਰਦੇ ਗਏ। 3-4 ਵਾਰੀ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆ ਕੇ ਗੁਰੂ ਘਰ ਨੂੰ ਮਾੜਾ ਬੋਲ ਕੇ ਗਿਆ। ਭਗਵਾਨ ਦਾਸ ਘੇਰੜ ਤੇ ਇੱਕ ਗੁਰੂ ਘਰ ਦੀ ਜਗ੍ਹਾ ਤੇ ਕਬਜ਼ਾ ਕਰਕੇ ਬੈਠਾ ਸੀ, ਪਰ ਜਦੋਂ ਵੱਡੇ ਗੁਰੂ ਸਾਹਿਬਾਨ ਦੀ ਇਹਨੇ ਨਿੰਦਿਆ ਕੀਤੀ ਨਾ ਤਾਂ 6ਵੇਂ ਪਾਤਸ਼ਾਹ ਨੇ ਬੜੇ ਪਿਆਰ ਸਹਿਤ ਆਖਿਆ, ਕਹਿ ਲੱਗੇ ਗੁਰਸਿੱਖੋ ਜਿਸ ਜ਼ੁਬਾਨ ਨਾਲ ਇਹਨੇ ਨਿੰਦਾ ਕੀਤੀ ਕਿ ਜਿਹੜੇ ਮੂੰਹ ਨਾਲ, ਮਹਾਰਾਜ ਸਾਹਿਬ ਨੇ ਆਖਿਆ ਉਸ ਮੂੰਹ ਨੂੰ ਇਦਾਂ ਦੀ ਸਜ਼ਾ ਦਿਓ ਕਿ ਤਾਂ ਜੋ ਇਹਨੂੰ ਫਲ ਮਿਲ ਜਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਬੰਦੇ ਦੇ ਸੁਰਤ ਟਿਕਾਣੇ ਆ ਜਾਵੇ ਜੀ। ਤੇ ਸਿੱਖ ਤੇ ਪਹਿਲਾਂ ਤਿਆਰ ਬੈਠੇ ਸਨ ਵੀ ਬੜਾ ਭੈੜਾ ਬੋਲਦਾ ਪਿਆ ਗੁਰੂ ਘਰ ਨੂੰ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਬਖਸ਼ੀ ਜਾ ਰਹੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਸਿੱਖਾਂ ਨੂੰ ਵੀ ਵੀਰ ਰਸ ਆ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਹਿਰਦੇ ਅੰਦਰ ਵੀਰ ਰਸ ਪੈਦਾ ਹੋ ਗਿਆ ਜੀ।
ਦੇਖਨ ਬਲਵਾਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖ ਦੇ ਇੱਕ ਦਾ ਮੁੱਠੇ ਤੇ ਭਗਵਾਨ ਦਾਸ ਲਾਗੇ ਖਲੋਤਾ ਸੀ। ਭਾਈ ਬਿਧੀ ਚੰਦ ਸਾਹਿਬ ਵਰਗੇ ਸਿੱਖਾਂ ਨੇ ਜਾ ਕੇ ਭਗਵਾਨ ਦਾਸ ਘੇਰੜ ਨੂੰ ਫੜ ਲਏ। ਭਗਵਾਨ ਦਾਸ ਘੇਰੜ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਆਪਣੇ ਕਾਬੂ 'ਚ ਕਰ ਲਿਆ ਗਏ ਜੀ। ਵਾਰ ਗਾਰ ਕੋ ਹੁਣ ਜਦੋਂ ਗੁਰੂ ਕੇ ਸਿੱਖਾਂ ਨੇ ਪੜ ਲਿਆ, ਚਾਹੀਦਾ ਤੇ ਇਹ ਸੀ ਜਾਂ ਮਾਫੀ ਮੰਗਦਾ, ਜੇ ਮਾਫੀ ਨਹੀਂ ਮੰਗਦਾ ਤੇ ਜ਼ੁਬਾਨ ਹੀ ਮੂੰਹ 'ਚ ਪਾ ਲੈਂਦਾ। ਪਰ ਮਹਾਰਾਜ ਸਾਹਿਬ ਜੀ ਦੇ ਸਿੱਖਾਂ ਨੇ ਇਹਨੂੰ ਫੜਿਆ ਵੀ ਤੇ ਭਗਵਾਨ ਦਾਸ ਘੇਰੜ ਇਹਨਾਂ ਮੂਰਖ ਨਿਕਲਿਆ, ਜੇ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਭੈੜੇ ਸ਼ਬਦ ਬੋਲੀ ਜਾ ਰਹੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਦੇ ਵਿਰੋਧ ਵਿੱਚ ਬੋਲਦਾ ਪਿਆ ਕਿ ਜੀ ਪਰ ਅਬਦਾ ਕੋ ਲੈ। ਕਹਿੰਦੇ ਨੇ ਇਦਾਂ ਯਾਦ ਰੱਖੋ, ਭਗਵਾਨ ਦਾਸ ਘੇਰੜ ਨੇ ਇਹ ਵਿਪਤਾ ਆਪਣੇ ਸਿਰ ਤੇ ਆਪਣੇ ਆਪ ਹੀ ਪਾ ਲਈ ਹੈ। ਇਸ ਬੰਦੇ ਨੇ ਇਹ ਵਿਪਤਾ ਦਾ ਪਹਾੜ ਆਪਣੇ ਸਿਰ ਦੇ ਉੱਪਰ ਆਪਣੇ ਆਪ ਹੀ ਸੁੱਟ ਲਿਆ ਕਿ ਜੀ ਜੂਤ ਭਜਨ ਸਿਰ ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਇਹਨੂੰ ਫੜਿਆ ਤੇ ਫਿਰ ਜਿਵੇਂ ਸਿੱਖ ਕਿਸੇ ਬੰਦੇ ਨੂੰ ਦੇ ਕੀਤੇ ਕੋਈ ਕਰਮਾਂ ਦੀ ਸਜ਼ਾ ਦਿੰਦੇ ਹਨ, ਉਹ ਕੰਮ ਸ਼ੁਰੂ ਹੋ ਗਏ। ਕਹਿੰਦੇ ਮੈਨੂੰ ਵਿਆਖਿਆ ਦੀ ਲੋੜ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਆਪਣੀ ਪਰੰਪਰਾ ਦੇ ਮੁਤਾਬਕ ਭਗਵਾਨ ਦਾਸ ਘੇਰੜ ਨੂੰ ਸਜ਼ਾ ਦੇਣੇ ਸ਼ੁਰੂ ਕਰ ਦਿੱਤੇ ਗਏ ਦੀ। ਕਹਿੰਦੇ ਨੇ ਹੋਇਆ ਏਦਾਂ ਵੀ ਜਦੋਂ ਗੁਰੂ ਕੇ ਸਿੱਖਾਂ ਨੇ ਪੜਿਆ ਤੇ ਇਹਦੇ ਕੱਪੜੇ ਵੀ ਪਾਟ ਗਏ, ਲੀੜੇ ਗਲ ਵਿੱਚ ਪਾਏ ਸੀ ਉਹ ਪਾਟ ਗਏ ਜੀ ਸਾਰੇ। ਭਗਵਾਨ ਦਾਸ ਘੇਰੜ ਜਿਹੜਾ ਕਿ ਇਹਦੇ ਗਲ ਵਿੱਚ ਪਾਇਆ ਗੋਇਆ ਝੱਗਾ ਵੀ ਪਾਟ ਗਿਆ ਗਏ ਦੀ। ਕਵੀ ਜੀ ਕਹਿੰਦੇ ਨੇ ਇਸ ਬੰਦੇ ਦੇ ਮੁਖੜੇ ਦੇ ਉੱਪਰ ਇੰਨੀਆਂ ਜ਼ਿਆਦੀਆਂ ਚਪੇੜਾਂ ਆ ਰਹੀਆਂ ਨੇ ਕਿ ਉਹਨਾਂ ਦੀ ਵਾਰੀ ਨਹੀਂ ਆਉਂਦੀ ਪਈ। ਗੁਰੂ ਕੇ ਸਿੱਖ ਹੁਣ ਸਜ਼ਾ, ਫਿਰ ਇਹਨੂੰ ਬੜੀ ਇਕਾਗਰਤਾ ਨਾਲ ਸਮਝੋ, ਇਹਨੂੰ ਬੇਰਹਿਮੀ ਨਹੀਂ ਸਮਝਣਾ, ਇਹਦਾ ਨਹੀਂ ਸਮਝਣਾ ਕਿ ਗੁਰੂ ਬੜਾ ਜਲਾਦ ਆ। ਨਹੀਂ, ਜਿਹੜੇ ਸੰਗਤ ਨੇ ਲਗਾਤਾਰ ਪ੍ਰਸੰਗ ਸੁਣਿਆ ਨਾ, ਉਹ ਬੜਾ ਨੇੜਿਓ ਜਾਣਦੀ ਆ ਕਿ ਭਾਈ ਲਗਾਤਾਰ ਮਹਾਰਾਜ ਨੇ 3-4 ਵਾਰੀ ਇਹਨੂੰ ਮੋੜਿਆ ਵੀ। ਸਾਹਿਬਾਂ ਨੇ ਆਖਿਆ ਵੀ ਇਦਾਂ ਦੀਆਂ ਗੱਲਾਂ ਨਾ ਬੋਲ, ਤੈਨੂੰ ਬਖਸ਼ ਦਿੱਤਾ ਕਿ, ਪਰ ਉਹ ਬਾਦਸ਼ਾਹ ਦੇ ਸਿਰ ਤੇ ਚੜਿਆ ਹੋਇਆ ਬੜਾ ਕੰਕਾਰ ਵਿੱਚ ਆ ਕੇ ਗੁਰੂ ਘਰ ਨੂੰ ਵਿਰੋਧ ਬੋਲੀ ਜਾ ਰਹੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਨੂੰ ਇਹਨੇ ਕਾਇਰਬ ਨੇ ਬਣਾਇਆ ਕਿ ਅਗਲਾ ਤੁਹਾਨੂੰ ਘਰ ਆ ਕੇ ਮੰਦਾ ਚੰਗਾ ਬੋਲ ਕੇ ਚਲਿਆ ਜਾਵੇ ਤੇ ਤੁਸੀਂ ਕਹੋ ਜੀ ਅਸੀਂ ਤੇ ਸਤਿਨਾਮ ਵਾਹਿਗੁਰੂ ਕਰਦੇ ਹਾਂ। ਮਹਾਰਾਜ ਸਾਹਿਬ ਨੇ ਆਖਿਆ ਨਹੀਂ, ਸਜ਼ਾ ਦੇਣੀ ਵੀ ਜਾਣਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖ ਇੰਨੀਆਂ ਜ਼ਿਆਦੀਆਂ ਚਪੇੜਾਂ ਭਗਵਾਨ ਦਾਸ ਘੇਰੜ ਦੇ ਮੂੰਹ ਤੇ ਆ ਰਹੀਆਂ ਨੇ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਉਹਨਾਂ ਦੀ ਵਾਰੀ ਹੀ ਨਹੀਂ ਆ ਰਹੀ, ਇੰਨੀਆਂ ਜ਼ਿਆਦੀਆਂ ਚਪੇੜਾਂ ਆ ਰਹੀਆਂ ਨੇ ਭਗਵਾਨ ਦਾਸ ਘੇਰੜ ਦੇ ਮੂੰਹ ਤੇ ਕਿ ਗੁਰਸਿੱਖ ਜਿਹੜੇ ਨੇ ਉਹ ਵਾਰੀ ਨਹੀਂ ਟੁੱਟਣ ਦਿੰਦੇ ਪਏ ਜੀ। ਸਿਰ ਪਰ ਸ਼ਬਦ ਉਠਾਵੇ। ਭਾਈ ਸਾਹਿਬ ਦਾ ਪਿਆਰਾ ਬਚਨ ਕਿ ਦਾਲੇ ਪਤਾਲੇ ਦੇ ਕੇਸ ਸਨ ਤੇ ਵਿਚਕਾਰ ਵੇਂਦਾ ਸਿਰ ਗੰਜਾ ਸੀ। ਕੰਜਾਂ ਨੇ ਉਸ ਜਗ੍ਹਾ ਤੇ ਵੀ ਮਾਰੀਆਂ, ਇੰਨੀਆਂ ਜ਼ਿਆਦੀਆਂ ਚਪੇੜਾਂ ਵੱਜੀਆਂ ਕਿ ਜਦੋਂ ਉਸ ਜਗ੍ਹਾ ਤੇ ਵੱਜਦੀਆਂ ਨੇ ਉਸ ਜਗ੍ਹਾ ਦੇ ਉੱਪਰੋਂ ਇੱਕ ਆਵਾਜ਼ ਪੈਦਾ ਹੁੰਦੀ ਗਈ ਜੀ। ਕਹਿੰਦੇ ਨੇ ਇੰਨੀ ਜ਼ਿਆਦੀ ਇਸ ਬੰਦੇ ਨੂੰ ਮਾਰ ਪਈ ਕਿ ਇਹ ਆਪਣੀ ਜ਼ਬਾਨ ਵਿੱਚੋਂ ਹਾਏ ਗਾਏ ਕਰਨ ਲੱਗ ਪਿਆ। ਭਗਵਾਨ ਦਾਸ ਘੇਰੜ ਆਪਣੀ ਜ਼ਬਾਨ ਦੇ ਵਿੱਚੋਂ ਥੱਲੇ ਪਿਆ ਹੋਇਆ ਬੜੀ ਉੱਚੀ ਉੱਚੀ ਹਾਏ ਗਾਏ ਆਖਦਾ ਪਿਆ ਕਿ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਲੇ ਵੀ ਮਾੜਾ ਬੋਲੀ ਜਾ ਰਿਹਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਜੇ ਵੀ ਸ਼ਾਨ ਦੇ ਵਿਰੋਧ ਬੋਲੀ ਜਾ ਰਿਹਾ ਕਿ ਜੀ। ਤੇ ਜਿਵੇਂ ਇਹ ਬੰਦਾ ਆਪਣੀ ਜ਼ਬਾਨ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਦਾ ਬੋਲਦਾ ਕਿ ਤਿਵੇਂ ਗੁਰੂ ਕੇ ਸਿੱਖ ਦੇ ਮੂੰਹ ਦੇ ਉੱਪਰ ਹੋਰ ਲਵੇੜਾ ਮਾਰ ਦਿੰਦੇ। ਜਿਵੇਂ ਇਹ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਘਟੀਆ ਸ਼ਬਦ ਵਰਤਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਤਿਵੇਂ ਇਹਨੂੰ ਹੋਰ ਚਾੜਾ ਛਕਾ ਦਿੰਦੇ ਗਨ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਐਸੀ ਮਾਰ ਮਾਰੀ ਕਿ ਇਹ ਬੜਾ ਉੱਚੀ ਉੱਚੀ ਰੋਣ ਲੱਗ ਪਿਆ, ਇਹਦੀਆਂ ਤਾਹਾਂ ਨਿਕਲ ਗਈਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਪਹਿਲਾਂ ਸਮਝਾਇਆ ਸੀ ਵੀ ਐਵੇਂ ਇੱਥੇ ਆ ਕੇ ਪੰਗਾ ਨਾ ਲੈ, ਤੇਰੇ ਆ ਕੰਨਾਂ ਤੇ ਪੈ ਜਾਣਗੇ ਤੇ ਬਾਦਸ਼ਾਹ ਨੇ ਛਡਾਉਣਾ ਨਹੀਂ ਤੈਨੂੰ ਆਣ ਕੇ। ਇਹ ਵਾਰ-ਵਾਰ ਕਹਿੰਦਾ ਸੀ ਨਾ ਵੀ ਬਾਦਸ਼ਾਹ ਮੇਰੇ ਨਾਲ ਆ, ਬਾਦਸ਼ਾਹ ਨੇ ਆਹ ਕਰ ਦੇਣਾ ਆਹ ਕਰ ਦੇਣਾ। ਹੁਣ ਮਹਾਰਾਜ ਦੇ ਸਿੱਖਾਂ ਨੇ ਜਦੋਂ ਪੜ੍ਹਿਆ ਬਾਦਸ਼ਾਹ ਕਿਤੇ ਲੱਭਦਾ ਉੱਥੇ। ਭਾਈ ਸਾਹਿਬ ਦਾ ਪਿਆਰਾ ਬਚਨ ਕਿ ਬੜੀ ਉੱਚੀ ਉੱਚੀ ਰੋਣ ਲੱਗ ਪਿਆ ਕਿ ਜੀ ਇਸ ਬੰਦੇ ਦੀਆਂ ਚੀਕਾਂ ਜਿਹੜੀਆਂ ਸਾਨੂੰ ਪਿੰਡ ਦੇ ਲੋਕਾਂ ਦੇ ਕੰਨਾਂ ਤੱਕ ਜਾ ਕੇ ਪਈਆਂ। ਘਰ ਤੇ ਲਾਗੇ ਸਨ, ਬਹੁਤ ਸਾਰੇ ਲੋਕ ਆਪਣੇ ਘਰਾਂ ਚੋਂ ਨਿਕਲੇ ਤੇ ਜਿਸ ਜਗ੍ਹਾ ਤੇ ਭਗਵਾਨ ਦਾਸ ਘੇਰੜ ਦੀ ਸਰਵਿਸ ਹੁੰਦੀ ਪਈ ਆ ਨਾ ਉੱਥੇ ਆ ਗਏ ਆ ਸਾਰੇ।
ਜਿਹੜੀ ਜਗ੍ਹਾ ਤੇ ਇਸ ਬੰਦੇ ਨੂੰ ਸਜ਼ਾ ਮਿਲਦੀ ਪਈ ਕਿ ਪਿੰਡ ਦੇ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਉਸ ਜਗ੍ਹਾ ਤੇ ਪਹੁੰਚ ਚੁੱਕੇ ਹਨ। ਆਖੇ ਧੂਰ ਭਟਨੇ ਅਟਕਾਏ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੁਝ ਸ਼ਸਤਰਧਾਰੀ ਸਿੱਖ ਉਹਨਾਂ ਨੂੰ ਰੋਕਣ ਗਏ, ਪਿੰਡ ਦੇ ਲੋਕਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਉਹਨਾਂ ਨੂੰ ਪਛਾਣ ਹੀ ਰੋਕ ਲਿਆ, ਆਖਿਆ ਵੀ ਤੁਸੀਂ ਲਾਗੇ ਨਹੀਂ ਜਾ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਯੋਧਿਆਂ ਨੇ ਪਿੰਡ ਦੇ ਲੋਕਾਂ ਨੂੰ ਪਿੱਛੇ ਹੀ ਰੋਕ ਲਿਆ ਕਿ ਜੀ ਮਨ ਕੇ ਨਰ ਬ੍ਰਿੰਦ ਬਲੋ। ਭਾਈ ਸਾਹਿਬ ਜੀ ਕਹਿੰਦੇ ਉਸ ਪਿੰਡ ਦੇ ਜਿੰਨੇ ਲੋਕ ਸਨ ਉੱਥੇ ਆਏ ਹੋਏ ਸਾਰੇ ਦੇ ਸਾਰੇ ਭਗਵਾਨ ਦਾਸ ਘੇਰੜ ਨੂੰ ਮਿਲਦੇ ਕੋਈ ਇਹ ਸਜ਼ਾ ਨੂੰ ਆਪਣੇ ਨੇਤਰਾਂ ਦੇ ਨਾਲ ਵੇਖਦੇ ਪਏ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੂਰਮਿਆਂ ਨੇ ਇਹਨਾਂ ਨੂੰ ਰੋਕਿਆ ਕਿ ਤੇ ਪਿੰਡ ਦੇ ਲੋਕਾਂ ਨੂੰ ਭਗਵਾਨ ਦਾਸ ਘੇਰੜ ਦੇ ਲਾਗੇ ਨਹੀਂ ਜਾਣ ਦਿੱਤਾ ਜਾ ਰਿਹਾ। ਭਗਵਾਨ ਦਾਸ ਘੇਰੜ ਦੇ ਬਿਲਕੁਲ ਨਜ਼ਦੀਕ ਨਹੀਂ ਜਾਣ ਦਿੱਤਾ ਜਾ ਰਿਹਾ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਐਸੀ ਮਾਰ ਭਗਵਾਨ ਦਾਸ ਘੇਰੜ ਨੂੰ ਮਾਰੀ। ਇਸ ਢੰਗ ਦੇ ਨਾਲ ਉਸ ਬੰਦੇ ਨੂੰ ਇਹਦੇ ਕੀਤੇ ਕੋਈ ਕਰਮਾਂ ਦੇ ਸਜ਼ਾ ਦਿੱਤੇ ਗਏ ਜੀ। ਕਹਿੰਦੇ ਨੇ ਮਹਾਰਾਜ ਦੇ ਸਿੱਖਾਂ ਦੇ ਹੱਥਾਂ ਦੇ ਮਾਰ ਨਾ ਝੱਲਦਾ ਆ, ਇਹ ਬੇਹੋਸ਼ ਹੋ ਗਿਆ ਤੇ ਧਰਤੀ ਤੇ ਡਿੱਗ ਪਿਆ। ਭਗਵਾਨ ਦਾਸ ਘੇਰੜ ਬੇਹੋਸ਼ ਹੋ ਗਿਆ ਕਿ ਔਰ ਉਸੇ ਜਗ੍ਹਾ ਦੇ ਉੱਪਰ ਧਰਤੀ ਤੇ ਡਿੱਗ ਪਿਆ ਕਿ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਪਛਾਣ ਹਟ ਗਏ। ਕੁਝ ਸਮੇਂ ਦੇ ਬਾਅਦ ਇਸ ਬੰਦੇ ਨੂੰ ਫਿਰ ਸੁਰਤ ਆਈ, ਜਾਣੀ ਹੋਸ਼ ਆਈ। ਜਦੋਂ ਹੋਸ਼ ਵਿੱਚ ਆ ਕੇ ਉੱਠਿਆ ਨਾ ਭਗਵਾਨ ਦਾਸ ਘੇਰੜ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੁਝ ਭੈੜੀਆਂ ਗੱਲਾਂ ਬੋਲਣ ਲੱਗਾ ਕਿ ਕਵੀ ਜੀ ਕਹਿੰਦੇ ਇਸ ਬੰਦੇ ਦਾ ਸਿਰ ਨੰਗਾ ਕੇ ਤੇ ਨਾਲ ਗੰਜਾ ਵੀ ਆ। ਨੰਗੇ ਤੇ ਗੰਦੇ ਸਿਰ ਵਾਲਾ ਭਗਵਾਨ ਦਾਸ ਘੇਰੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਵਿੱਚ ਹੋਰ ਵੀ ਗੱਲਾਂ ਕਰਨ ਲੱਗਾ ਕਿ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਵੇਂ ਆਪਾਂ ਕਹਿੰਦੇ ਆ ਨਾ ਕਿਸੇ ਬੰਦੇ ਨੂੰ ਬਹੁਤੀ ਮਾਰ ਪੈ ਜਾਵੇ ਤੇ ਉਹ ਵਿਚਾਰਾ ਮਾਰ ਮੁਰ ਖਾ ਕੇ ਬਾਅਦ ਕਹਿੰਦਾ ਹੁਣ ਇੱਥੇ ਰਹੀ, ਮੈਂ ਗਿਆ ਤੇ ਨਾਲਦਿਆਂ ਨੂੰ ਲੈ ਗਿਆ ਫਿਰ ਕਰੂੰ ਗੱਲ ਤੇਰੇ ਨਾਲ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭਗਵਾਨ ਦਾਸ ਕਹਿੰਦਾ ਹੁਣ ਇੱਥੇ ਹੀ ਬੈਠਾ ਰਹੀਂ, ਮੈਂ ਤੇਰੇ ਤੋਂ ਬਦਲਾ ਲਵਾਂਗਾ। ਮਹਾਰਾਜ ਸਾਹਿਬ ਨੂੰ ਕਹਿੰਦਾ ਇੱਥੇ ਟਿਕਿਆ ਰਵੀ, ਮੈਂ ਤੇਰੇ ਤੋਂ ਬਦਲਾ ਲੈ ਕੇ ਵਿਖਾਵਾਂਗਾ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ ਜਿੱਦਾਂ ਦੀ ਮਾਰ ਮੈਨੂੰ ਵੱਜੀ ਆ ਨਾ, ਮਹਾਰਾਜ ਸਾਹਿਬ ਨੂੰ ਕਹਿੰਦਾ ਤੇਰੇ ਸਿੱਖਾਂ ਚੋਂ ਧੂ ਕੇ ਤੈਨੂੰ ਇੱਥੇ ਲਿਆ ਕੇ ਉਦਾਂ ਦੀ ਮਾਰ ਤੈਨੂੰ ਵੀ ਮਰਾਵਾਂਗਾ। ਭਗਵਾਨ ਦਾਸ ਕੇ ਸੱਚੇ ਪਾਤਸ਼ਾਹ ਨੂੰ ਕਹਿੰਦਾ ਇਦਾਂ ਦੀ ਮਾਰ ਹੁਣ ਤੈਨੂੰ ਵੀ ਮਾਰ ਕੇ ਰੱਖਾਂਗਾ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਹਨੇ ਹੋਰ ਭੈੜੇ ਸ਼ਬਦ ਵਰਤੇ। ਜਦੋਂ ਕਵੀ ਜੀ ਨੇ ਲਿਖਿਆ ਵੀ ਇਹਨੇ ਗਾਲ ਕੱਢੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹਨੇ ਕਿਟ ਕੇ ਫੇਰ ਨਿੰਦਾ ਕੀਤੀ ਗਏ ਜੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਜਾਣ ਗਏ ਵੀ ਹੁਣ ਬਾਦਸ਼ਾਹ ਦੇ ਕੋਲ ਫਰਿਆਦ ਕਰਨ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਜਾਣ ਕੇ ਇਹ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਹਾਜ਼ਰ ਹੋਏਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ ਤੇ ਮੁਸਕਰਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖਾਂ ਨੂੰ ਸੰਬੋਧਨ ਹੋ ਕੇ ਕਹਿਣ ਲੱਗੇਗਾ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕੇ ਸਿੱਖੋ ਅਸੀਂ ਇਹ ਗੱਲ ਜਾਣ ਲਈ ਆ ਵੀ ਇਹ ਵੀ ਮਹਿਖਾਸੁਰ ਦੈਂਤ ਹੀ ਆ। ਇਸ ਗੱਲ ਨੂੰ ਤੁਸੀਂ ਸਮਝਣਾ। ਚਲੋ ਚੰਡੀ ਦੀ ਵਾਰ ਵਿੱਚ ਬੜਾ ਲੰਬਾ ਚੌੜਾ ਖੁਲਾਸਾ ਮਹਿਖਾਸੁਰ ਦੈਂਤ ਦਾ। ਬੱਦਲ ਵਾਂਗੂ ਮਹਿਖਾਸੁਰ ਰਣ ਵਿੱਚ ਗੱਜਿਆ, ਇੰਦਰ ਜੇਗਾ ਜੋਧਾ ਮੈਥੋਂ ਭੱਜਿਆ, ਕੌਣ ਵਿਚਾਰੀ ਦੁਰਗਾ ਜਨਨ ਸੱਜਿਆ। ਹੋਰ ਬੜੀਆਂ ਉਦਾਹਰਣਾਂ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਗੁਰੂ ਕੇ ਸਿੱਖੋ ਸਾਨੂੰ ਇਦਾਂ ਲੱਗਦਾ ਵੀ ਇਹ ਮਹਿਖਾਸੁਰ ਦੈਂਤ ਹੀ ਆ। ਮਹਾਰਾਜ ਸਾਹਿਬ ਨੇ ਸੁਭਾਵਿਕ ਕੀ ਗੱਲ ਆਖੀ ਆ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਜਾਣ ਲਿਆ ਗਏ ਵੀ ਇਹ ਵੀ ਇੱਕ ਮਹਿਖਾਸੁਰ ਦੈਂਤ ਗਏ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਵੀ ਜਿੰਨਾ ਚਿਰ ਮਹਿਖਾਸੁਰ ਦੈਂਤ ਮਰਦਾ ਨਹੀਂ ਸੀ ਉਹਨਾਂ ਚਿਰ ਉਹ ਜੰਗ ਜਿੱਤੀ ਨਹੀਂ ਸੀ ਜਾਂਦੀ। ਚਲੋ ਇਹ ਇੱਕ ਵੱਖਰੀ ਗੱਲ ਕਿ ਮਿੱਥ ਕੇ ਆਪਾਂ ਉਸ ਪਾਸੇ ਨਹੀਂ ਤੁਰਨਾ। ਪਰ ਇੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਸੁਭਾਵਿਕ ਆਖਿਆ ਕਿ ਗੁਰੂ ਕੇ ਸਿੱਖੋ ਜਿੰਨਾ ਚਿਰ ਇਹਦਾ ਰਾਮ ਨਾਮ ਸਤ ਨਾ ਹੋਇਆ ਉਹਨਾਂ ਚਿਰ ਨਗਰ ਨਹੀਂ ਵਸੇਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਰਨਾ ਪੈਣਾ, ਭਾਵੇਂ ਅੱਜ ਕਰ ਦਈਏ ਭਾਵੇਂ ਕੱਲ ਕਰ ਦਈਏ। ਤੇ ਗੁਰੂ ਜਾਣਦਾ ਤੇ ਗਏ ਵੀ ਕਿਹੜੇ ਬੰਦੇ ਦੀ ਕਦੋਂ ਉਮਰ ਪੂਰੀ ਹੋ ਰਹੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਉਸੇ ਵੇਲੇ ਜਦੋਂ ਰਸਨਾ 'ਚ ਹੁਕਮ ਕੀਤਾ ਕਿ ਗੁਰੂ ਕੇ ਸਿੱਖਾਂ ਨੇ ਸੁਣ ਲੈਣਾ ਕੀਤਾ ਕਿ ਜੀ ਸਿੱਖ ਸੁਰ ਬ੍ਰਿੰਦ ਸਮਾਨ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅਗਲੀ ਗੱਲ ਆਖੀ, ਗੁਰੂ ਕੇ ਸਿੱਖੋ ਤੁਸੀਂ ਦੇਵਤਿਆਂ ਦੇ ਸਮਾਨ ਹੋ। ਤੇ ਜਿਵੇਂ ਮਹਿਖਾਸੁਰ ਦੈਂਤ ਦੇਵਤਿਆਂ ਨੂੰ ਤੰਗ ਕਰਦਾ ਸੀ ਨਾ, ਫਿਰ ਦੇਵਤਿਆਂ ਨੇ ਇਕੱਠੇ ਹੋ ਕੇ ਪਹਿਲਾਂ ਮਹਿਖਾਸੁਰ ਦਾ ਸੌਦਾ ਲਾਇਆ। ਮਹਾਰਾਜ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਅਸੀਂ ਚੁੱਪਚਾਪ ਬੈਠੇ ਹਾਂ ਤੇ ਵੀ ਇੱਥੇ ਆ ਕੇ ਤੰਗ ਕਰਦਾ ਤੇ ਸੌਦਾ ਇਹਦਾ ਲਾ ਦੇਣਾ ਚਾਹੀਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਸਾਰੇ ਦੇਵਤਿਆਂ ਦੇ ਸਮਾਨ ਹੋ ਜੀ। ਹੋ ਸੁਖ ਨਾਨਾ ਤੇ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਇਸ ਬੰਦੇ ਦੀ ਜ਼ਿੰਦਗੀ ਦਾ ਅੰਤ ਨਹੀਂ ਹੁੰਦਾ, ਯਾਦ ਰੱਖੋ ਜਿੰਨਾ ਚਿਰ ਮਹਿਖਾਸੁਰ ਨੂੰ ਮਾਰਨ ਤੋਂ ਨਹੀਂ ਮਾਰਿਆ ਉਹਨਾਂ ਚਿਰ ਦੇਵਤਿਆਂ ਨੂੰ ਸੁੱਖ ਨਹੀਂ ਮਿਲਿਆ। ਤੇ ਗੁਰੂ ਕੇ ਸਿੱਖੋ ਜਿੰਨਾ ਚਿਰ ਇਹਦੀ ਸਮਾਪਤੀ ਨਹੀਂ ਹੁੰਦੀ ਉਹਨਾਂ ਚਿਰ ਇਸ ਜਗ੍ਹਾ ਤੇ ਸਾਨੂੰ ਵੀ ਸੁੱਖ ਨਹੀਂ ਲੈਣ ਦੇਗਾ। ਕਈ ਬੰਦਿਆਂ ਦਾ ਸੁਭਾਅ ਹੁੰਦਾ ਉਹਨਾਂ ਨਾ ਤੇ ਆਪ ਸੁਖੀ ਰਹਿਣਾ ਤੇ ਨਾ ਦੂਜੇ ਨੂੰ ਰਹਿਣ ਦੇਣਾ, ਕਿਸੇ ਨਾ ਕਿਸੇ ਢੰਗ ਨਾਲ ਲੱਤ ਡਾਉਣੀ ਆ, ਲੜਾਈ ਝਗੜਾ ਪਾਉਣਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦੇ ਵਿੱਚੋਂ ਇਹ ਭਗਵਾਨ ਦਾਸ ਘੇਰੜ ਵੀ ਇੱਕ ਗਏ ਜੀ। ਪੁਕਾਰੂ ਇਸੇ ਪਠਾਵਾ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਚਾਹੁੰਦੇ ਕਿ ਮੈਂ ਬਾਦਸ਼ਾਹ ਦੇ ਦਰਬਾਰ ਵਿੱਚ ਜਾਵਾਂ, ਪਰ ਮਹਾਰਾਜ ਸਾਹਿਬ ਨੇ ਆਖਿਆ ਹੁਣ ਇਹਦਾ ਬਾਦਸ਼ਾਹ ਦੇ ਦਰਬਾਰ ਵਿੱਚ ਜਾਣ ਦਾ ਵਕਤ ਨਹੀਂ ਰਹਿ ਗਿਆ। ਮਹਾਰਾਜ ਸਾਹਿਬ ਜੀ ਕਹਿੰਦੇ ਬਾਦਸ਼ਾਹ ਦੇ ਦਰਬਾਰ ਵਿੱਚ ਜਾਣ ਦਾ ਇਸ ਬੰਦੇ ਦਾ ਸਮਾਂ ਨਹੀਂ ਰਹਿ ਗਿਆ ਜੀ। ਸਗਲ ਤੁਰੰਤ ਪਹੁੰਚਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ਼ਾਰੇ ਨਾਲ ਆਖਿਆ ਹੁਣ ਇਹਦਾ ਵਕਤ ਆ ਗਿਆ ਕਿ ਧਰਮ ਰਾਜੇ ਦੇ ਦਰਬਾਰੇ ਤੇ ਜਾਣ ਦਾ, ਬਾਦਸ਼ਾਹ ਦੇ ਦਰਬਾਰ ਵਿੱਚ ਜਾਣ ਦਾ ਨਹੀਂ। ਮਹਾਰਾਜ ਸਾਹਿਬ ਜੀ ਕਹਿੰਦੇ ਇਹਦਾ ਵਕਤ ਧਰਮ ਰਾਜ ਦੇ ਦਰਬਾਰ ਵਿੱਚ ਜਾਣ ਦਾ ਹੋ ਗਿਆ ਤੇ ਗੁਰੂ ਕੇ ਸਿੱਖੋ ਕੋਈ ਇਹਦੇ ਟਿਕਟ ਕੱਟੋ ਤੇ ਇਹਨੂੰ ਭੇਜ ਦਿਓ ਉੱਥੇ। ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਇਹਨੂੰ ਧਰਮ ਰਾਜੇ ਦੇ ਦਰਬਾਰ ਤੇ ਭੇਜ ਦੇਣਾ ਕਰੋ ਦੀ। ਕਰੀ ਮਾਰਤ ਸਭਾਰਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਵੀ ਜੀ ਕਹਿੰਦੇ ਸੁਣਤ ਰਜਾਏ ਗੁਰ ਕੀ ਸਿੱਖ ਧਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਫੇਰ ਉੱਠ ਕੇ ਭਗਵਾਨ ਦਾਸ ਘੇਰੜ ਵਾਲੇ ਪਾਸੇ ਗਏ ਗਨ। ਮੁਸਤਕੇ ਧਾਵਲ ਤੇ ਉਸ ਜਗ੍ਹਾ ਤੇ ਗੁਰੂ ਕੇ ਸਿੱਖਾਂ ਨੇ ਲੱਤਾਂ ਤੇ ਮੁੱਕਿਆਂ ਨਾਲ ਫਿਰ ਵਾਰ ਸ਼ੁਰੂ ਕਰ ਦਿੱਤੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਲੱਤਾਂ ਤੇ ਮੁੱਕਿਆਂ ਨਾਲ ਵਾਰ ਸ਼ੁਰੂ ਕਰ ਦਿੱਤੇ ਗਨ। ਕਰੀ ਮਾਰਤ ਸਭਾਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਐਸੀ ਮਾਰ ਮਾਰੀ ਜਾਣੀ ਭਗਵਾਨ ਦਾਸ ਘੇਰੜ ਨੂੰ ਹੁਣ ਐਸੀ ਮਾਰ ਵੱਜੇ ਗਏ ਦੀ ਦਹਾਨਿਓ ਪ੍ਰਾਨ ਕਿ ਵਿਦਾਰਾ। ਉਸੇ ਵੇਲੇ ਇਸ ਬੰਦੇ ਦੇ ਪ੍ਰਾਣਾਂ ਦਾ ਅੰਤ ਹੋ ਗਿਆ। ਭਗਵਾਨ ਦਾਸ ਘੇਰੜ ਦੇ ਸਰੀਰ ਵਿੱਚੋਂ ਪ੍ਰਾਣ ਖਤਮ ਹੋ ਗਏ। ਇਹਦੀ ਰੂਹ ਇਹਦੇ ਸਰੀਰ ਨੂੰ ਛੱਡ ਕੇ ਉਡਾਰੀ ਮਾਰ ਗਏ ਜੀ। ਮੁਸਤ ਸਿਰ ਮਹਿਬਲ ਭਾਈ ਸਾਹਿਬ ਜੀ ਕਹਿੰਦੇ ਅਸਲ ਵਿੱਚ ਭਾਈ ਵਿਧੀ ਚੰਦ ਸਾਹਿਬ ਵਰਗੇ ਜਿਹੜੇ ਗੁਰਸਿੱਖ ਸਨ ਉਹਨਾਂ ਦੇ ਮੁੱਕੇ ਇਹਦੇ ਸਿਰ ਵਿੱਚ ਵੱਜੇ ਆ, ਜਿਨ੍ਹਾਂ ਦੀ ਮਾਰ ਲਲਾ ਵੇਗ ਵਰਗੇ ਬਰਦਾਸ਼ਤ ਨਹੀਂ ਕਰ ਸਕੇ ਤੇ ਭਗਵਾਨ ਦਾਸ ਘੇਰੜ ਨੇ ਕੀ ਕਰਨੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖ ਭਾਈ ਵਿਧੀ ਚੰਦ ਸਾਹਿਬ ਵਰਗਿਆਂ ਦੇ ਮੁੱਕੇ ਭਗਵਾਨ ਦਾਸ ਘੇਰੜ ਦੇ ਸਿਰ ਵਿੱਚ ਜਾ ਕੇ ਵੱਜੇ ਗਨ। ਜੋਤ ਭਾ ਤਨ ਤੇ ਕੋ ਕਹਿੰਦੇ ਨੇ ਇਹਦੇ ਨਾਲ ਹੋਰ ਬਹੁਤ ਸਾਰੇ, ਕਿਸੇ ਲੱਤ ਮਾਰੀ, ਕਿਸੇ ਚਪੇੜ ਮਾਰੀ, ਕਿਸੇ ਦੀ ਵਾਰੀ ਵੀ ਨਹੀਂ ਆਈ। ਕਈਆਂ ਦੀ ਵਾਰੀ ਆਉਣ ਤੋਂ ਪਹਿਲਾਂ ਹੀ ਇਹਦੀ ਵਾਰੀ ਆ ਗਈ ਜੀ। ਕਈਆਂ ਦੀ ਵਾਰੀ ਆਉਣ ਤੋਂ ਪਹਿਲਾਂ ਭਗਵਾਨ ਦਾਸ ਘੇਰੜ ਜ਼ਿੰਦਗੀ ਦੀ ਲੀਲਾ ਖਤਮ ਕਰ ਬੈਠਾ ਕਿ ਡੰਗ ਬਸੀਟਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਫਿਰ ਇਹਨੂੰ ਲੱਤੋਂ ਫੜਿਆ ਤੇ ਸੰਗਤ ਦੀ ਯਾਦ ਰੱਖਣਾ ਇਹਨੂੰ ਘਸੀਟ ਕੇ ਖੜਿਆ ਵਾ। ਅਸੀਂ ਅੱਗੇ ਵੀ ਬੇਨਤੀ ਕਰਦੇ ਰਹੇ ਨੇ, ਇਹ ਇੱਕ ਵੱਖਰੀ ਗੱਲ ਆ ਕਿ ਅੱਜ ਸਾਡੇ 'ਚ ਇਦਾਂ ਦਾ ਪ੍ਰਚਾਰ ਕਿਸੇ ਨਾ ਕਿਸੇ ਢੰਗ ਨਾਲ ਕੀਤਾ ਜਾ ਰਿਹਾ ਹੈ ਕਿ ਅਸੀਂ ਨਾ ਸ਼ਸਤਰ ਤੋਂ ਹੀ ਨਹੀਂ ਹੋ ਰਹੇ ਹਾਂ, ਅਸੀਂ ਆਪਣੀਆਂ ਪਰੰਪਰਾਵਾਂ ਨੂੰ ਭੁੱਲ ਰਹੇ ਹਾਂ। ਖਾਲਸਾ ਜੀ ਇਹ ਗੱਲ ਯਾਦ ਰੱਖੋ, ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਆਖਿਆ ਕੋ ਕਿਸੇ ਕੋ ਰਾਜ ਨਾ ਦੇਖ ਜੋ ਲੈਂਗੇ ਨਿਜ ਬਲ ਕੇ ਲੈ ਕੇ। ਸਾਡਾ ਬੜਾ ਪੁਰਾਣਾ ਇੱਕ ਮੁਹਾਵਰਾ ਹੈ, ਪਹਿਲਾਂ ਅਸੀਂ ਪੜ੍ਹਦੇ ਰਹੇ ਤੇ ਬਜ਼ੁਰਗ ਵੀ ਸੁਣਾਉਂਦੇ ਸਨ। ਜਿਵੇਂ ਜਿਵੇਂ ਤੁਸੀਂ ਸਾਹਿਤ ਪੜ੍ਹਦੇ ਜਾਓਗੇ ਨਾ ਤੇ ਸੰਗਤ ਦੀ ਬੜੀ ਇਕਾਗਰਤਾ ਨਾਲ ਸਮਝਣਾ, ਜਿੰਨੇ ਸਾਡੇ ਬਜ਼ੁਰਗਾਂ ਨੇ ਅਖਾਣ ਬਣਾਏ ਸੀ ਇਹ ਸਾਰੇ ਦੇ ਸਾਰੇ ਤੁਹਾਨੂੰ ਇਤਿਹਾਸ ਵਿੱਚੋਂ ਕਲੀਅਰ ਹੁੰਦੇ ਮਿਲਣਗੇ। ਇੱਕ ਸਾਡੇ ਵਡੇਰਿਆਂ ਨੇ ਅਖਾੜ ਬਣਾਇਆ ਸੀ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਣਦੇ। ਇਹ ਪਹਿਲਾਂ ਤੇ ਐਂ ਲੱਗਦਾ ਸੀ ਵੀ ਜਿਵੇਂ ਇੱਕ ਫਾਲਤੂ ਜੀ ਗੱਲ ਆ, ਪਰ ਜਦੋਂ ਅਸੀਂ ਇਤਿਹਾਸ ਪੜ੍ਹਿਆ ਤੇ ਗੱਲ ਠੀਕ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀਆਂ ਗੱਲਾਂ ਨਾਲ ਸਮਝਾਇਆ ਭਗਵਾਨ ਦਾਸ ਘੇਰੜ ਨੂੰ
ਪਰ ਇਹ ਲੱਤਾਂ ਨਾਲ ਸਮਝਣ ਵਾਲਾ ਭੂਤ ਸੀ, ਤਾਂ ਕਰਕੇ ਬਾਤਾਂ ਨਾਲ ਥੋੜੀ ਮੰਨਿਆ। ਜਦੋਂ ਲੱਤਾਂ ਪਈਆਂ ਫਿਰ ਸੈੱਟ ਆਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਲੱਤੋਂ ਫੜਿਆ ਜੀ, ਇਹਨੂੰ ਮਰ ਗਿਆ ਸੀ, ਤੇ ਘਸੀੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਭਗਵਾਨ ਦਾਸ ਘਿਰਡ ਦੇ ਲਾਸ਼ ਨੂੰ ਬਿਆਸ ਦਰਿਆ ਦੇ ਕੰਢੇ ਤੇ ਲੈ ਕੇ ਗਨ। ਪਾਸਾ ਕੇ ਵਿੱਚ ਤੇ ਉੱਥੇ ਜਾ ਕੇ ਇੱਕ ਗੁਰਸਿੱਖ ਨੇ ਬਾਹਾਂ ਫੜੀਆਂ ਤੇ ਇੱਕ ਨੇ ਲੱਤਾਂ ਫੜੀਆਂ ਤੇ ਸੁੱਟਦਾ ਦਰਿਆ 'ਚ। ਥੋੜਾ ਜਿਹਾ ਹੋਰ ਸਮਝੋ, ਇਤਿਹਾਸ ਕੀ ਕਹਿ ਰਿਹਾ ਕਿ ਇਹ ਮੈਂ ਆਪਣੇ ਕੋਲੋਂ ਕਹਿ ਰਿਹਾ, ਕਦੀ ਇਹਦੀ ਸਜ਼ਾ ਨਹੀਂ ਮਿਲੀ। ਥੋੜਾ ਜਿਹਾ ਅੱਗੇ ਚੱਲੋ। ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਹਿਬ ਦੀ ਧਰਤੀ ਤੇ ਬੈਠੇ ਆ, ਸਿਰਫ ਟੂਕ ਮਾਤਰ, ਤੇ ਮਹਾਰਾਜ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਡਿਊਟੀ ਲਾ ਰਹੇ ਆ। ਕੀ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਵੀ ਚਮਕੌਰ ਦੀ ਗੜੀ ਵਾਲਿਆਂ ਦਾ ਬਦਲਾ ਵੀ ਲੈਣਾ ਹੈ? ਇਹ ਨਹੀਂ ਆਖਿਆ। ਤੁਸੀਂ ਕਿਤੋਂ ਨਹੀਂ ਪੜੋਗੇ ਵੀ ਮਹਾਰਾਜ ਸਾਹਿਬ ਨੇ ਆਖਿਆ ਵੀ ਬੰਦਾ ਸਿੰਘਾ ਮੇਰੇ 2 ਪੁੱਤਰ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਨੇ, ਉਹਨਾਂ ਤੋਂ ਬਦਲਾ ਲਈ ਜਾ ਕੇ ਕੱਲਾ ਕੱਲੇ ਨੂੰ ਲੱਭੀ 10 ਲੱਖ ਕਿੱਧਰ ਗਿਆ? ਪੈਸਾ ਨਹੀਂ ਮਹਾਰਾਜ ਨੇ ਆਖਿਆ। ਸਾਹਿਬਾਂ ਨੇ ਆਖਿਆ ਸੀ ਸਮਾਣਾ, ਸਢੌਰਾ ਤੇ ਸਰਹੰਦ। ਸਮਾਣੇ ਉਹ ਜਲਾਦ ਸਨ ਜਿਨ੍ਹਾਂ ਗੁਰੂ ਤੇਗ ਬਹਾਦਰ ਤੇ ਵੀ ਕਿਰਪਾਨ ਚਲਾਈ, ਇਹ ਵੀ ਉੱਥੋਂ ਦਾ ਸੀ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਾ ਵੀ ਉੱਥੋਂ ਦਾ ਸੀ। ਸਮਾਣਾ, ਸਢੌਰਾ ਮਹਾਰਾਜ ਸੱਚੇ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਨੂੰ, ਉੱਥੇ ਉਹਨਾਂ ਨੇ ਜਦੋਂ ਮਹਾਰਾਜ ਦੀ ਪਹਿਲੀ ਜੰਗ 'ਚ ਮਦਦ ਕੀਤੀ ਨਾ, ਤੇ ਸੰਗਤ ਦੀ ਇਤਿਹਾਸ ਦੇ ਵਰਕੇ ਪੁੱਲ ਕੇ ਵੇਖੋ ਲਿਖਿਆ ਮਿਲਦਾ ਏ ਕਿ ਸਢੌਰੇ ਦੇ ਹਾਕਮਾਂ ਨੇ ਪੀਰ ਬੁੱਧੂ ਸ਼ਾਹ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਗਲੀਆਂ 'ਚ ਖਿਲਾਰ ਦਿੱਤੇ ਸੀ। ਆਖਿਆ ਤੂੰ ਕਾਫਰਾਂ ਦੇ ਗੁਰੂ ਦੀ ਮਦਦ ਕਿਉਂ ਕੀਤੀ ਹੈ? ਮਹਾਰਾਜ ਨੇ ਆਖਿਆ ਸੀ ਉਹ ਮੇਰਾ ਮਿੱਤਰ ਆ, ਮਿੱਤਰ ਕਰਕੇ ਨਹੀਂ। ਫਿਰ ਤੀਜਾ ਮਹਾਰਾਜ ਨੇ ਆਖਿਆ ਸੀ ਸਰਹੰਦ। ਪਤਾ ਕਿਉਂ? ਕਿਉਂਕਿ ਸਢੌਰੇ ਵਾਲੇ ਪੀਰ ਬੁੱਧੂ ਸ਼ਾਹ ਨੂੰ ਇਹਨਾਂ ਜੰਗ 'ਚ ਨਹੀਂ ਮਾਰਿਆ, ਘਰੋਂ ਹੀ ਪੜ ਕੇ ਮਾਰਿਆ। ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਵਾ। ਵੱਡਿਆਂ ਦੀ ਗੱਲ ਤਾਂ ਨਹੀਂ ਕੀਤੀ ਕਿਉਂਕਿ ਉਹ ਲੜ ਕੇ ਸ਼ਹੀਦ ਹੋਏ ਆ। ਜੰਗ ਹੋ ਗਈ ਤੇ ਇਕਣੇ ਤੇ ਸ਼ਹੀਦ ਹੋਣਾ ਹੀ ਆ ਨਾ। ਤੇ ਬੰਦਾ ਸਿੰਘ ਬਹਾਦਰ ਆਇਆ। ਚਲੋ ਅੱਜ ਅਸੀਂ ਕਹਿ ਦਿੰਨੇ ਆ, ਸਾਡੇ ਕੌਮ ਦੇ ਵਿਰੋਧ ਕੋਈ ਵੀਡੀਓ ਬਣਾ ਕੇ ਪਾ ਦਿੰਦਾ, ਸਾਨੂੰ ਗੁੱਸਾ ਆਉਂਦਾ, ਅਗਲਾ ਦਿਨ ਮਾਫੀ ਮੰਗਦਾ ਸੀ ਕਿਨੇ ਮੰਗਿਆ ਜੀ। ਇਹ ਤੇ ਗੱਲਾਂ ਨਹੀਂ ਨਾ ਬਣਦੀਆਂ ਇੱਦਾਂ। ਤੇ ਫਿਰ ਅੱਜ ਕੋਈ ਬੋਲੇਗਾ, ਕੱਲ ਮਾਫੀ ਮੰਗੇਗਾ, ਪਰਸੋਂ ਫਿਰ ਬੋਲੇ, ਚੌਥੋਂ ਫਿਰ ਮਾਫੀ ਮੰਗੂਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਵਜ਼ੀਰ ਕਾ ਭਾਵੇਂ ਬੁੱਢਾ ਹੋ ਗਿਆ ਸੀ, ਲੋਕ ਕਹਿੰਦੇ ਸਨ ਇਹ ਬੁੱਢਾ ਹੋ ਗਿਆ ਜੀ, ਹੁਣ ਛੱਡੋ। ਉਹਨੇ ਆਖਿਆ ਨਹੀਂ, ਇਹ ਭਾਵੇਂ ਬੁੱਢਾ ਆ ਗਿਆ ਪਰ ਇਹਨੇ ਕੁਕਰਮ ਤੇ ਕੀਤਾ, ਇਹਨਾਂ ਨੂੰ ਫੜਿਆ। ਪਹਿਲਾਂ ਜੰਗ ਦੇ ਮੈਦਾਨ ਵਿੱਚ ਜ਼ਖਮੀ ਕਰਕੇ ਸੁੱਟਿਆ ਤੇ ਬਾਅਦ ਵਿੱਚ ਵੈੜਕਿਆਂ ਪਿੱਛੇ ਪਾ ਕੇ ਧੋਇਆ। ਇਹ ਸਜ਼ਾ ਨਹੀਂ ਤੇ ਹੋਰ ਕੀ ਹੈ? ਸਾਡੇ ਵਡੇਰਿਆਂ ਨੇ ਕੀਤਾ ਹੈ ਨਾ, ਬੰਦਾ ਸਿੰਘ ਬਹਾਦਰ ਨੇ ਕੀਤਾ ਹੈ ਨਾ। ਤੇ ਸਾਡਾ ਇਤਿਹਾਸ ਸਾਨੂੰ ਹਲੂਣਾ ਦਿੰਦਾ ਹੈ ਕਿ ਨਹੀਂ ਦਿੰਦਾ? ਇਤਿਹਾਸ ਮਸੇ ਰੰਗੜ ਦਾ ਸਿਰ ਵੱਢਿਆ ਕਿ ਨਹੀਂ ਵੱਢਿਆ? ਸਜ਼ਾ ਦਿੱਤੀ ਉਹਦੇ ਕਰਮਾਂ ਦੀ ਕਿ ਨਹੀਂ ਕੀਤੀ? ਪਰ ਸਾਨੂੰ ਅੱਜ ਕਿੱਧਰ ਖੜਿਆ ਜਾ ਰਿਹਾ ਵਾ ਵੀ ਜੇ ਕਿਸੇ ਨੇ ਕਰ ਦਿੱਤਾ ਛੱਡੋ ਜੀ। ਨਹੀਂ, ਇਦਾਂ ਨਹੀਂ। ਇਦਾਂ ਕੌਮਾਂ ਕਦੀ ਅੱਗੇ ਨਹੀਂ ਜਾਂਦੀਆਂ ਹੁੰਦੀਆਂ। ਇੰਦਰਾ ਨੂੰ ਸਜ਼ਾ ਦਿੱਤੀ ਆ ਕਿ ਨਹੀਂ ਦਿੱਤੀ? ਮਹਾਰਾਜ ਸਾਹਿਬ ਜੀ ਦੇ ਗੁਰਸਿੱਖਾਂ ਨੇ। ਮੈਂ ਜ਼ਿਆਦਾ ਇਸ ਪਾਸੇ ਨਾ ਜਾਵਾਂ, ਇਹਦੇ ਵਿੱਚ ਕੋਈ ਦੂਜੇ ਰਹਿ ਨਹੀਂ। ਜਿਹੜਾ ਬੰਦਾ ਗੁਰੂ ਘਰ ਨਾਲ ਮੱਥਾ ਲਾਏਗਾ ਉਹਦਾ ਹਸ਼ਰ ਹੋਏਗਾ ਜ਼ਰੂਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਟੰਗੋਂ ਪੜ ਕੇ ਘਸੀਟਿਆ ਤੇ ਲੈ ਕੇ ਬਿਆਸ ਦੇ ਕੰਢੇ ਤੇ। ਭਗਵਾਨ ਦਾਸ ਘਿਰਡ ਦਾ ਸਰੀਰ ਇੱਕ ਨੇ ਲੱਤਾਂ ਤੋਂ ਫੜਿਆ, ਇੱਕ ਨੇ ਬਾਹਾਂ ਤੋਂ, ਤੇ ਦਰਿਆ 'ਚ ਸੁੱਟ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਬਿਆਸ ਦਰਿਆ ਦੇ ਹਵਾਲੇ ਕਰ ਦਿੱਤਾ ਕਿ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਅਜੇ ਸੁੱਟਿਆ ਹੀ ਆ ਸਰੀਰ। ਪਾਣੀ ਦਾ ਵਹਾਅ ਬੜਾ ਤੇਜ਼ ਸੀ। ਸੰਗਤ ਦੀ ਉਹ ਇਹਦੇ ਸਰੀਰ ਨੂੰ ਰੋੜ ਕੇ ਲੈ ਗਿਆ। ਉਦੋਂ ਬਾਅਦ ਭਗਵਾਨ ਦਾਸ ਨਹੀਂ ਜੇ ਕਿਸੇ ਦੇ ਮੱਥੇ ਲੱਗਾ। ਭਾਈ ਸਾਹਿਬ ਜੀ ਕਹਿੰਦੇ ਉਦੋਂ ਬਾਅਦ ਇਹਦਾ ਸਰੀਰ ਕਿਸੇ ਨੂੰ ਵੀ ਨਹੀਂ ਦੱਸਿਆ ਜੀ। ਤੇ ਕਵੀ ਜੀ ਕਹਿੰਦੇ ਇਸ ਮੂਰਖ ਬੰਦੇ ਨੇ ਬੇਪੈਦਾ ਬਾਦਸ਼ਾਹ ਦੀ ਚੁੱਕ ਵਿੱਚ ਆ ਕੇ ਆਪਣੇ ਪ੍ਰਾਣ ਗਵਾ ਲਏ ਆ। ਬਾਦਸ਼ਾਹਾਂ ਦੇ ਪਿੱਛੇ ਲੱਗ ਕੇ ਕਦੇ ਪਿੰਡਾਂ 'ਚ ਝਗੜਾ ਨਾ ਕਰ ਬੈਠਣਾ। ਇਹ ਤੁਸੀਂ, ਮੈਂ ਨਾ ਕਿਸੇ ਦੇ ਹੱਕ 'ਚ ਬੋਲਦਾ ਨਾ ਵਿਰੋਧ ਵਿੱਚ, ਸਿਰਫ ਤੁਹਾਨੂੰ ਗੁਰੂ ਘਰ ਵਿੱਚੋਂ ਬੇਨਤੀ ਕਰ ਰਿਹਾ ਵਾਂ। ਉਹ ਬੈਠੇ ਨੇ ਆਪਣੀਆਂ ਥਾਵਾਂ ਤੇ, ਇਹਨਾਂ ਥਾਵਾਂ ਤੇ ਬੈਠੇ ਕੋਈ ਆਪਾਂ ਆਪਣਾ ਭਾਈਚਾਰਾ ਨਾ ਗਵਾ ਬੈਠ ਗਏ। ਭਗਵਾਨ ਦਾਸ ਘਿਰਡ ਬਾਦਸ਼ਾਹ ਦੀ ਚੌਕ ਵਿੱਚ ਆ ਕੇ ਬਾਦਸ਼ਾਹ ਮਦਦ ਦੇ ਵੀ ਨਹੀਂ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਲੜ ਕੇ ਆਪਣੇ ਪ੍ਰਾਣਾਂ ਦਾ ਖਾਤਮਾ ਕਰ ਬੈਠਾ ਗਏ ਜੀ। ਪਰ ਇਹ ਯਾਦ ਰੱਖਣਾ, ਇਹ ਸਾਖੀ ਅਜੇ ਇੱਥੇ ਮੁੱਕੀ ਨਹੀਂ। ਭਗਵਾਨ ਦਾਸ ਘਿਰਡ ਦਾ ਅੱਗੇ ਪੁੱਤਰ ਅਗੇ, ਇਹਦਾ ਨਾਮ ਅਗੇ ਰਤਨ ਚੰਦ।
ਯਾਦ ਰੱਖਣਾ ਕਿ ਜਾ ਕੇ ਇੱਕ ਹੋਰ ਨਾਂ ਆਏਗਾ, ਉਹ ਆਏਗਾ ਕਰਮਚੰਦ। ਕਰਮਚੰਦ ਜਿਹੜਾ ਕਿ ਸੰਗਤ ਦੀ ਇਹ ਦੀਵਾਨ ਚੰਦੂ ਲਾਲ ਦਾ ਪੁੱਤਰ ਕੇ, ਤੇ ਰਤਨ ਚੰਦ ਜਿਹੜਾ ਕਿ ਇਹ ਭਗਵਾਨ ਦਾਸ ਘਿਰੜ ਦਾ ਪੁੱਤਰ ਕੇ। ਭਾਈ ਸਾਹਿਬ ਨੇ ਪਿਆਰਾ ਬਚਨ ਲਿਖਿਆ ਕਿ ਰਤਨ ਚੰਦ ਜਿਹੜਾ ਕਿ ਇਹ ਭਗਵਾਨ ਦਾਸ ਘਿਰੜ ਦਾ ਪੁੱਤਰ ਗਏ ਜੀ। ਦੇਖਿਓ ਨਿਜ ਪਿਤਾ ਨਕੰਦਨ। ਸਭ ਤੋਂ ਪਹਿਲਾਂ ਰਤਨ ਚੰਦ ਨੇ ਆਪਣੇ ਪਿਤਾ ਦੀ ਹਾਲਤ ਵੇਖੀ ਕਿ ਮੇਰੇ ਬਾਪ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਾਲ ਪੰਗਾ ਲਿਆ ਤੇ ਕੀ ਹਾਲਤ ਹੋ ਗਈ ਆ, ਜ਼ਿੰਦਗੀ ਦੀ ਲੀਲਾ ਸਮਾਪਤ ਹੋ ਗਈ ਆ। ਤੇ ਗੁਰਸਿੱਖਾਂ ਨੇ ਜਾ ਕੇ ਬਿਆਸ ਦੇ ਹਵਾਲੇ ਕਰ ਦਿੱਤਾ ਗਏ ਜੀ। ਤਰਾਸ ਬੜਵਾ ਚੜ ਚਾਲ। ਮਹਾਰਾਜ ਸੱਚੇ ਪਾਤਸ਼ਾਹ ਦੀ ਦਾ ਰੋਹ ਬੇਂਦੇ ਤੋਂ ਜਰਿਆ ਨਾ ਗਿਆ। ਰਤਨ ਚੰਦ ਤੋਂ ਇਹ ਆਪਣੀ ਘੋੜੀ ਤੇ ਚੜਿਆ ਤੇ ਕਾਫੀ ਦੂਰ ਜਾ ਕੇ ਕਿਸੇ ਜਗ੍ਹਾ ਤੇ ਬਹਿ ਕੇ ਪਹਿਲਾਂ ਤੇ ਰੋਇਆ। ਕਹਿੰਦੀ ਇੰਨੀ ਹਿੰਮਤ ਨਹੀਂ ਰਹਿ ਗਈ ਕਿ ਗੁਰਸਿੱਖਾਂ ਦੇ ਸਾਹਮਣੇ ਰੋ ਹੀ ਪਵੇ, ਕਿਉਂਕਿ ਡਰ ਸੀ ਵੀ ਸਜ਼ਾ ਮੈਨੂੰ ਵੀ ਮਿਲੇਗੀ। ਹਾਲਾਂਕਿ ਮਹਾਰਾਜ ਸੱਚੇ ਪਾਤਸ਼ਾਹ ਐਸਾ ਕਰਮ ਨਹੀਂ ਕਰਦੇ। ਫਿਰ ਇੱਕ ਵਾਰੀ ਇਤਿਹਾਸ ਤੇ ਨਜ਼ਰ ਮਾਰੋ, ਜਦੋਂ ਸੰਗਤ ਦੇ ਦੀਵਾਨ ਚੰਦੂ ਲਾਲ ਨੂੰ ਮਹਾਰਾਜ ਦੇ ਹਵਾਲੇ ਕੀਤਾ, ਨਾਲ ਚੰਦੂ ਲਾਲ ਦਾ ਪਰਿਵਾਰ ਵੀ ਕੀਤਾ ਸੀ, ਇਹਦੇ ਘਰ ਵਾਲੀ ਤੇ ਇਹਦਾ ਪੁੱਤਰ ਵੀ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਹਿ ਕੇ ਛੱਡ ਦਿੱਤਾ ਸੀ ਵੀ ਗਲਤੀ ਚੰਦੂ ਨੇ ਕੀਤੀ, ਕਹਿੰਦੇ ਪਰਿਵਾਰ ਨੇ ਨਹੀਂ ਕੀਤੀ, ਇਸ ਕਰਕੇ ਇਹਨਾਂ ਨੂੰ ਸਜ਼ਾ ਨਹੀਂ ਮਿਲੇਗੀ। ਭਾਈ ਸਾਹਿਬ ਜੀ ਕਹਿੰਦੇ ਇਹ ਬਹੁਤਾ ਡਰ ਗਿਆ, ਘੋੜੀ ਤੇ ਚੜਿਆ ਤੇ ਘੋੜੀ ਤੇ ਚੜ ਕੇ ਆਪਣੇ ਪਿੰਡ ਤੋਂ ਕਿਤੇ ਦੂਰ ਚਲਿਆ ਗਿਆ ਕਿ ਤੇ ਬਹੁਤ ਦੂਰ ਜਾ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਕੋਲੋਂ ਇੱਕ ਜਗ੍ਹਾ ਤੇ ਬਹਿ ਕੇ ਰਤਨ ਚੰਦ ਰੋਣ ਲੱਗ ਪਿਆ ਵਾ। ਭਾਈ ਸਾਹਿਬ ਜੀ ਕਹਿੰਦੇ ਇਸ ਬੰਦੇ ਨੇ ਧਾਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਆਵਾਜ਼ ਦੇ ਕੇ ਰੋਂਦਾ ਗੋਇਆ ਕਹਿਣ ਲੱਗਾ ਖਾਏ ਪਿਤਾ ਤੂੰ ਭੱਜਾ ਕਿਉਂ ਨਹੀਂ। ਇਹ ਆਪਣੀ ਜ਼ਬਾਨ ਵਿੱਚੋਂ ਕਹਿੰਦਾ ਹੋਵੇ, ਦਾ ਕਹਿ ਰਿਹਾ ਸੀ ਜਿਵੇਂ ਕੋਈ ਕੀਰ ਨੇ ਪਾਉਂਦਾ ਹੋਵੇ ਕਿ ਪਿਤਾ ਜੀ ਤੁਸੀਂ ਇਹ ਗੱਲ ਦੱਸੋ ਕਿ ਤੁਸੀਂ ਉਹ ਜਗ੍ਹਾ ਤੋਂ ਭੱਜੇ ਕਿਉਂ ਨਹੀਂ ਹੋ। ਆਖਰ ਲੱਗਾ ਤੁਸੀਂ ਬੇਪੈਦਾ ਹੀ ਗੁਰੂ ਦੇ ਨਾਲ ਜਾ ਕੇ ਅੜੇ ਕੀਤੇ ਤੇ ਆਪਣੇ ਪ੍ਰਾਣ ਗਵਾ ਲਏ ਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਾਲ ਜਾ ਕੇ ਅੜੇ ਕੀਤੀ ਤੇ ਪ੍ਰਾਣਾਂ ਦਾ ਅੰਤ ਕਰ ਲਿਆ ਗਏ ਜੀ। ਭਾਈ ਸਾਹਿਬ ਜੀ ਕਹਿੰਦੇ ਆਪਣੇ ਪਿੰਡ ਵਿੱਚ ਤੇ ਨਹੀਂ ਰੋਕਾ, ਲਾਗੇ ਕਿਸੇ ਹੋਰ ਪਿੰਡ 'ਚ ਚਲਿਆ ਗਿਆ ਵਾ ਤੇ ਪਿੰਡ ਵਿੱਚ ਜਾ ਕੇ ਕਿਸੇ ਹੋਰ ਵਿੱਚ ਰਤਨ ਚੰਦ ਆਪਣੇ ਮਨ ਵਿੱਚ ਵਿਚਾਰਨ ਕਰਦਾ ਕਿ ਸਭ ਤੋਂ ਪਹਿਲਾਂ ਇਹਨੇ ਵਿਚਾਰ ਕੀਤੀ ਕਿ ਕਰਨਾ ਕੀ ਚਾਹੀਦਾ ਹੈ। ਉਸ ਤੋਂ ਬਾਅਦ ਕਿਸੇ ਗਵਾਂਢੀ ਪਿੰਡ ਵਿੱਚ ਬਹਿ ਕੇ ਨਾ ਭਗਵਾਨ ਦਾਸ ਘਿਰੜ ਦੇ ਪੁੱਤਰ ਰਤਨ ਚੰਦ ਨੇ ਆਪਣੇ ਪਿੰਡ ਦੇ ਵਿੱਚੋਂ ਜਿੰਨੇ ਇਹਦੇ ਕਮੈਤੀ ਬੰਦੇ ਸਨ ਉਹਨਾਂ ਨੂੰ ਆਪਣੇ ਕੋਲ ਸੱਦਿਆ ਵਾ। ਸਾਰਿਆਂ ਨੂੰ ਸੁਨੇਹਾ ਘੱਲ ਕੇ ਗਵਾਂਢੀ ਪਿੰਡ ਵਿੱਚ ਆਪਣੇ ਕੋਲ ਬੁਲਾਉਣਾ ਕੀਤਾ ਕਿ ਹੁਣ ਭਾਈ ਸਾਹਿਬ ਦਾ ਪਿਆਰਾ ਬਚਨ ਕਿ ਉਧਰਲੇ ਪਾਸੇ ਇਹਨੇ ਲੋਕਾਂ ਨੂੰ ਆਪਣੇ ਕੋਲ ਸੱਦ ਲਿਆ ਵਾ ਤੇ ਇਧਰਲੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਮੁਤਾਬਕ ਭਗਵਾਨ ਦਾਸ ਘਿਰੜ ਨੂੰ ਪਾਣੀ ਵਿੱਚ ਵਹਾ ਦਿੱਤਾ ਕਿ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਦੇ ਘਿਰ ਦੇ ਅੰਦਰ ਆਨੰਦ ਪੈਦਾ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਘਿਰ ਦੇ ਅੰਦਰ ਖੁਸ਼ੀ ਪੈਦਾ ਹੋ ਗਈ ਕਿ ਕਿਉਂਕਿ ਉਹ ਸਦਾ ਇਹ ਗੱਲ ਸੋਚਦੇ ਵੀ ਜਿਹੜਾ ਗੁਰੂ ਨਾਲ ਅੜੇਗਾ ਉਹ ਜ਼ਰੂਰ ਝੜੇਗਾ। ਅਸੀਂ ਤਾਂ ਹੀ ਕਈ ਗੁਰਸਿੱਖ ਅਰਦਾਸ ਤੋਂ ਬਾਅਦ ਕਹਿੰਦੇ ਨਾ ਅੜੇ ਸੋ ਝੜੇ। ਜਿਹੜਾ ਅੜੇਗਾ ਜਾਂ ਅਰਦਾਸ ਕੀਤੀ ਵੀ ਮਹਾਰਾਜ ਇਹ ਕਿਰਪਾ ਕਰ ਜਿਹੜਾ ਖਾਲਸੇ ਨਾਲ ਅੜੇ ਉਹ ਝੜ ਜਾਏ। ਪਰ ਨਾਲ ਅਗਲਾ ਪਾਠ ਵੀ ਉਹਨਾਂ ਆਖਿਆ ਸ਼ਰਨ ਪਰੇ ਸੋ ਤਰੇ, ਇਹ ਵੀ ਕਿਰਪਾ ਕਰ ਜਿਹੜਾ ਤੇਰੀ ਸ਼ਰਨ ਵਿੱਚ ਆ ਗਿਆ ਉਹਦਾ ਪਾਰ ਉਤਾਰਾ ਹੋ ਜਾਏ। ਭਾਈ ਸਾਹਿਬ ਦਾ ਪਿਆਰਾ ਬਚਨ ਗੁਰੂ ਕੇ ਸਿੱਖ ਕਹਿ ਰਹੇ ਸਨ ਕਿ ਸਦਾ ਗੁਰੂ ਕੀ ਜੈ ਹੋਵੇਗੀ। ਜਿਹੜਾ ਬੰਦਾ ਗੁਰੂ ਘਰ ਨਾਲ ਅੜੇਗਾ ਉਹ ਜ਼ਰੂਰ ਝੜੇਗਾ। ਜਿਹੜਾ ਬੰਦਾ ਗੁਰੂ ਘਰ ਨਾਲ ਅੜੇਗਾ ਉਸ ਬੰਦੇ ਦਾ ਖਾਤਮਾ ਜ਼ਰੂਰ ਹੋਵੇਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖ ਬੜੀ ਉੱਚੀ ਆਵਾਜ਼ ਵਿੱਚ ਇਹ ਗੱਲਾਂ ਕਹਿ ਰਹੇ ਸਨ। ਸਾਹਿਬਾਂ ਦੇ ਸਿੱਖ ਜਿਹੜੇ ਨੇ ਬੜੀ ਉੱਚੀ ਆਵਾਜ਼ ਵਿੱਚ ਇਹ ਗੱਲਾਂ ਆਪਣੀ ਰਸਨਾ ਵਿੱਚੋਂ ਆਖਦੇ ਪਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਹੁਣ ਪਹਿਲਾਂ ਨਾਲੋਂ ਵੀ ਸਾਵਧਾਨ ਚੌਕਸ ਹੋ ਗਏ ਆ। ਭਾਵੇਂ ਉਹ ਤੇ ਮਰ ਗਿਆ ਵਾ ਪਰ ਮਹਾਰਾਜ ਦੇ ਸਿੱਖ ਇਹ ਜਾਣਦੇ ਸੀ ਵੀ ਜਿਹੜਾ ਭਗਵਾਨ ਦਾਸ ਘਿਰੜਾ ਨਾ ਇਹ ਸੰਗਤ ਦੇ ਮੁਰਤਜ਼ਾ ਖਾਂ ਦਾ ਬੜਾ ਨਜ਼ਦੀਕੀ ਬੰਦਾ ਸੀ। ਜਿਵੇਂ ਅਸੀਂ ਆਰੰਭਤਾ 'ਚ ਬੇਨਤੀ ਕੀਤੀ ਵੀ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਬਾਦਸ਼ਾਹ ਨੇ ਜਹਾਂਗੀਰ ਨੇ ਦਿੱਤਾ ਵਾ
ਪੁਰਾਣੇ ਸਮੇਂ ਵਿੱਚ ਨਾ ਬਾਦਸ਼ਾਹ ਆਪਣੀ ਜੀਵਨੀ ਲਿਖਿਆ ਕਰਦੇ ਸਨ, ਇੱਕੇ ਵਾਰ ਨਹੀਂ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜਿਹੜਾ ਕੰਮ ਕੀਤਾ ਹੁੰਦਾ ਸੀ ਉਹਨੂੰ ਲਿਖ ਦਿਆ ਕਰਦੇ ਸਨ ਕਿ ਇੱਥੇ ਗਿਆ, ਇਹਨੂੰ ਮਿਲਿਆ, ਸਜ਼ਾ ਦਿੱਤੀ, ਸਵੈ ਜੀਵਨੀਆਂ ਲਿਖਦੇ ਸਨ। ਤੇ ਬਾਦਸ਼ਾਹ ਜਹਾਂਗੀਰ ਨੇ ਵੀ ਆਪਣੀ ਜੀਵਨੀ ਲਿਖੀ ਆ, ਉਹਦਾ ਨਾਮ ਆ ਤੁਝ ਕੇ ਜਹਾਂਗੀਰੀ। ਇਹ ਅਸਲ ਵਿੱਚ ਅਰਬੀ ਜਾਂ ਫਾਰਸੀ ਦਾ ਸਰੋਤ ਆ, ਅੱਜ ਕੱਲ੍ਹ ਇਹਦਾ ਪੰਜਾਬੀ 'ਚ ਉਲੱਥਾ ਵੀ ਮਿਲ ਜਾਂਦਾ ਏ। ਤੁਝ ਕੀ ਜਹਾਂਗੀਰੀ ਦੇ ਪੰਨਾ ਨੰਬਰ 35 ਨੂੰ ਜਦੋਂ ਤੁਸੀਂ ਪੜ੍ਹੋਗੇ ਨਾ, ਉੱਥੋਂ ਤੁਹਾਨੂੰ ਇੱਕ ਹਵਾਲਾ ਮਿਲੇਗਾ। ਪੰਨਾ ਨੰਬਰ 35 ਤੇ ਬਾਦਸ਼ਾਹ ਜਹਾਂਗੀਰ ਆਪ ਲਿਖਦੇ ਕਿ ਦਰਿਆਏ ਬਿਆਸਾ ਦੇ ਕੰਢੇ ਤੇ, ਇਹ ਇਸ਼ਾਰਾ ਗੋਇੰਦਵਾਲ ਸਾਹਿਬ ਵਾਲੇ ਪਾਸੇ ਸੀ, ਦਰਿਆਏ ਬਿਆਸਾ ਦੇ ਕੰਢੇ ਤੇ ਇੱਕ ਅਰਜੁਨ ਨਾਮੇ ਗੁਰੂ ਆਪਣੇ ਝੂਠ ਦੀ ਦੁਕਾਨ ਚਲਾ ਕੇ ਬੈਠਾ ਵਾ। ਉਹ ਆਪਣੀ ਜੀਵਨ 'ਚ ਲਿਖਦਾ ਹੈ। ਮਹਾਰਾਜ ਸਾਹਿਬ ਜੀ ਦੇ ਪ੍ਰਤੀ ਮੈਂ ਤਾਂ ਬੇਨਤੀ ਕਰਿਆ ਥੋੜਾ ਜਿਹਾ ਹੋਰ ਕਲੀਅਰ ਹੋ ਜਾਏ। ਉਹਨੇ ਲਿਖਿਆ ਉਹ ਗੁਰੂ ਘਰ ਨੂੰ ਝੂਠ ਦੀ ਦੁਕਾਨ ਕਹਿੰਦਾ ਸੀ। ਫਿਰ ਅੱਗੇ ਲਿਖਦਾ, ਚਿਰਾਂ ਤੋਂ ਮੇਰੇ ਮਨ ਅੰਦਰ ਖਿਆਲ ਸੀ ਕਿ ਜਾਂ ਇਹ ਦੁਕਾਨ ਸਦਾ ਵਾਸਤੇ ਬੰਦ ਕਰ ਦਿੱਤੀ ਜਾਏ ਜਾਂ ਇਹਨੂੰ ਇਸਲਾਮ ਵਿੱਚ ਲੈ ਜਾਂਦਾ ਜਾਏ। ਉਹ ਲਿਖਦਾ, ਮੈਂ ਸੋਚਦਾ ਸੀ ਵੀ ਜਾਂ ਗੁਰੂ ਅਰਜਨ ਦੇਵ ਨੂੰ ਖਤਮ ਕਰ ਦਿਆਂ ਤੇ ਜਾਂ ਮੁਸਲਮਾਨ ਬਣਾ ਲਵਾਂ। ਫਿਰ ਅੱਗੇ ਲਿਖਦੇ, ਕਹਿੰਦਾ ਮੈਂ ਹੁਕਮ ਦਿੱਤਾ ਕਿ ਗੁਰੂ ਅਰਜਨ ਨੂੰ ਗ੍ਰਿਫਤਾਰ ਕਰਕੇ ਮੇਰੇ ਹਵਾਲੇ ਪੇਸ਼ ਕੀਤਾ ਜਾਏ, ਉਹਦਾ ਸਾਰਾ ਮਾਲ ਅਸਬਾਬ ਤੇ ਪਰਿਵਾਰ ਮੁਰਤਜ਼ਾ ਖਾਂ ਦੇ ਹਵਾਲੇ ਕੀਤਾ ਜਾਏ। ਇਹ ਬਾਦਸ਼ਾਹ ਦਾ ਹੁਕਮ ਇਨ ਬਿਨ ਮੰਨਿਆ ਵੀ ਗਿਆ ਵਾ। ਇਹਨਾਂ ਦਿਨਾਂ ਵਿੱਚ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੇ ਲਿਖਣ ਮੁਤਾਬਕ ਮੁਰਤਜ਼ਾ ਖਾਨ ਨੇ ਉਹ ਜਗ੍ਹਾ ਭਗਵਾਨ ਦਾਸ ਘੀਰੜ ਦੇ ਹਵਾਲੇ ਕਰ ਦਿੱਤੀ ਸੀ। ਉਹ ਮੁਰਤਜ਼ਾ ਖਾਨ ਦਾ ਮਿੱਤਰ ਸੀ। ਜਿਵੇਂ ਅੱਜ ਵੀ ਚਲੋ ਗੁਸਤਾਖੀ ਦੇ ਕੇ ਸਰਕਾਰੀ ਬੰਦੇ ਆਪਣੇ ਮਿੱਤਰਾਂ ਨੂੰ ਥੋੜਾ ਬਹੁਤਾ ਫਾਇਦਾ ਦੇ ਹੀ ਜਾਂਦੇ ਆ ਨਾ, ਇਹਦਾ ਉਦੋਂ ਵੀ ਚੰਗੀ ਅਹਿਲ ਕਰ ਦੇ ਜਾਂਦੇ ਸੀ। ਤੇ ਭਗਵਾਨ ਦਾਸ ਘੀਰੜ ਹੁੰਦੇ ਤੇ ਕਬਜ਼ਾ ਕਰਕੇ ਬੇਟਾ ਜਦੋਂ ਗੁਰੂ ਅਰਜਨ ਸਾਹਿਬ ਜੀ ਗਏ, ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਉਹ ਛੱਡਣੀ ਨਹੀਂ ਸੀ ਚਾਹੁੰਦਾ, ਜਗ੍ਹਾ ਛੱਡਣੀ ਨਹੀਂ ਸੀ ਚਾਹੁੰਦਾ। ਤੋ ਭਾਈ ਸਾਹਿਬ ਜੀ ਨੇ ਇਸ ਜਗ੍ਹਾ ਤੇ ਲਿਖਿਆ ਕਿ ਕਹਿੰਦੇ ਨੇ ਗੁਰਸਿੱਖ ਇਹ ਜਾਣਦੇ ਸਨ ਕਿ ਭਗਵਾਨ ਦਾਸ ਘੀਰੜ ਮੁਰਤਜ਼ਾ ਖਾਂ ਦਾ ਗੂੜਾ ਮਿੱਤਰ ਸੀ। ਭਗਵਾਨ ਦਾਸ ਘੀਰੜ ਮਰ ਗਏ ਤੇ ਇਹਦੇ ਮਰਨ ਦੀ ਖਬਰ ਮੁਰਤਜ਼ਾ ਖਾਂ ਤੱਕ ਪਹੁੰਚੇਗੀ। ਜਹਾਂਗੀਰ ਭਾਵੇਂ ਨਹੀਂ ਹੈਗਾ ਪਰ ਮੁਰਤਜ਼ਾ ਖਾਂ ਤੇ ਹੈਗਾ ਹੀ ਆ ਨਾ, ਉਹਦੇ ਤੱਕ ਜਾਏਗੀ। ਉਹ ਬਾਦਸ਼ਾਹ ਦੇ ਪੇਸ਼ ਹੋਏਗਾ ਤੇ ਬਾਦਸ਼ਾਹ ਫੌਜ ਲੈ ਕੇ ਆਏਗਾ, ਕੋਈ ਜਰਨੈਲ ਆਏਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਜਿਹੜੇ ਆ ਉਹ ਸਾਵਧਾਨ ਹੈ, ਚੌਕਸ ਨੇ। ਭਾਵੇਂ ਭਗਵਾਨ ਦਾਸ ਘੀਰੜ ਮਰ ਗਏ ਪਰ ਯਾਦ ਰੱਖੋ ਜਿੰਨਾ ਚਿਰ ਝੋਟਾ ਨਾ ਮਰੇ ਸਾਰੀਆਂ ਜੂਆਂ ਨਹੀਂ ਮਰਦੀਆਂ ਹੁੰਦੀਆਂ। ਕੱਲੀ ਕੱਲੀ ਕਿੱਦਾਂ ਮਾਰੋਗੇ? ਬਾਦਸ਼ਾਹ ਤੇ ਜਿਉਂਦਾ ਸੀ ਨਾ, ਇੱਕ ਭਗਵਾਨ ਦਾਸ ਘੀਰੜ ਮਰੇ, ਬਾਕੀ ਤੇ ਉਹਦੇ ਜਰਨੈਲ ਅਜੇ ਹੈਗੇ ਆ ਨਾ, ਜਾਂ ਉਹਦੇ ਨਾਲ ਉਹਦੀਆਂ ਗੱਲਾਂ ਕਰਨ ਵਾਲੇ। ਇਸ ਕਰਕੇ ਕਵੀ ਦੇ ਕਹਿੰਦੇ ਗੁਰ ਕੇ ਸਬੁਟ ਸਦਾ ਸਾਵਧਾਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਜਿਹੜੇ ਨੇ ਉਹ ਸਦਾ ਹੀ ਸਾਵਧਾਨ ਰਹਿੰਦੇ ਹਨ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਵੀ ਕਰ ਰਹੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਵੀ ਕਰ ਰਹੇ ਹਨ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਜਗ੍ਹਾ ਦੇ ਉੱਪਰ ਨਵੇਂ ਬਣਾਏ ਜਾ ਰਹੇ ਕਿਲੇ ਦੀ ਚਾਰ ਦੀਵਾਰੀ ਕਰਦੇ ਪੈ ਗਏ ਹਨ। ਭਾਈ ਸਾਹਿਬ ਜੀ ਕਹਿੰਦੇ ਬਹੁਤ ਸਾਰੇ ਲੋਕ ਲੱਗੇ ਆ, ਮਜ਼ਦੂਰ ਵੀ ਲੱਗੇ ਆ, ਸੰਗਤ ਸੇਵਾ 'ਚ ਵੀ ਲੱਗੀ ਆ। ਇਹਨਾਂ ਬਹੁਤ ਸਾਰਾ ਕਿਲਾ ਤਿਆਰ ਕਰਕੇ ਰੱਖ ਦਿੱਤਾ ਗਏ ਦੀ। ਭਾਈ ਸਾਹਿਬ ਜੀ ਕਹਿੰਦੇ ਦੂਜੇ ਪਾਸੇ ਸਾਰੇ ਪਿੰਡ ਦੇ ਲੋਕ, ਇਲਾਕੇ ਦੇ ਲੋਕ ਇਹ ਗੱਲ ਜਾਣਗੇ ਕਿ ਭਗਵਾਨ ਦਾਸ ਘੀਰੜ ਦੀ ਮੌਤ ਹੋ ਚੁੱਕੀ ਗਏ। ਤੇ ਜਿਹੜੇ ਗੁਰੂ ਘਰ ਦੇ ਨਿੰਦਕ ਸਨ ਨਾ, ਉਹ ਨਿੰਦਾ ਤੇ ਭਾਵੇਂ ਕਰਦੇ ਆ ਪਰ ਭਗਵਾਨ ਦਾਸ ਘੀਰੜ ਦੀ ਮੌਤ ਸੁਣ ਕੇ ਦਬ ਗਏ ਆ। ਭਾਈ ਸਾਹਿਬ ਜੀ ਕਹਿੰਦੇ ਉਹ ਸਾਰੇ ਦੇ ਸਾਰੇ ਦਬ ਗਏ ਹਨ ਜੀ। ਇਹ ਨਿੰਦਾ ਤੇ ਭਾਵੇਂ ਕਰਦੇ ਆ, ਪਹਿਲਾਂ ਖੁੱਲੇ ਆਮ ਕਰਦੇ ਸਨ, ਹੁਣ ਘਰਾਂ 'ਚ ਲੁਕ ਕੇ ਕਰਦੇ ਆ। ਭਾਈ ਸਾਹਿਬ ਜੀ ਕਹਿੰਦੇ ਪਹਿਲਾਂ ਖੁੱਲੇ ਆਮ ਬੋਲਦੇ ਸਨ ਪਰ ਭਗਵਾਨ ਦਾਸ ਘੀਰੜ ਦੀ ਮੌਤ ਤੋਂ ਬਾਅਦ ਇਹ ਘਰਾਂ ਵਿੱਚ ਲੁਕ ਕੇ ਕਰਨਾ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਦੇ ਨਿੰਦਕ ਇੰਨੇ ਡਰ ਗਏ, ਉਹਨਾਂ ਸਭਨਾਂ ਦੇ ਹਿਰਦੇ ਅੰਦਰ ਇਹ ਗੱਲ ਪੈਦਾ ਹੋ ਗਈ ਕਿ ਕਿਤੇ ਸਾਡੀ ਵੀ ਮੌਤ ਨਾ ਆ ਜਾਂਦੀ ਹੋਵੇ, ਕਿਤੇ ਸਾਡੇ ਵੀ ਪ੍ਰਾਣਾਂ ਦਾ ਅੰਤ ਨਾ ਹੋ ਜਾਂਦਾ ਹੋਵੇ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਰਧਾਲੂ ਸਿੱਖ ਜ਼ਿਮੀਂਦਾਰ, ਜ਼ਿਮੀਂਦਾਰਾ ਕਰਨ ਵਾਲੇ, ਖੇਤੀ ਕਰਨ ਵਾਲੇ,
ਉਸ ਇਲਾਕੇ 'ਚ ਬਹੁਤੇ ਸਨ। ਇਹ ਵੀ ਬਹੁਤ ਸਾਰੇ ਲੋਕ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਏ ਹਨ ਜੀ। ਅਗੋਰਨ ਕੋ ਅਰ ਪਾਏ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲਿਆ ਕੇ ਇਹ ਬਹੁਤ ਸਾਰੀਆਂ ਭੇਟਾਵਾਂ ਵੀ ਰੱਖਦੇ ਪਏ ਹਨ ਜੀ। ਅਰ ਦੁਗਤ ਇਕ ਕਵੀ ਜੀ ਕਹਿੰਦੇ ਕੋਈ ਸਿੱਖ ਮਹਾਰਾਜ ਦੇ ਦਰਬਾਰ ਵਿੱਚ ਦੁੱਧ ਲੈ ਕੇ ਆਇਆ ਤੇ ਕੋਈ ਸਿੱਖ ਦਹੀਂ ਲੈ ਕੇ ਆਇਆ ਵਾ। ਅੱਜ ਵੀ ਸਿੱਖ ਲੈ ਕੇ ਆਉਂਦੇ ਆ ਨਾ, ਕੋਈ ਦੁੱਧ ਲੈ ਕੇ ਆਉਂਦਾ, ਕੋਈ ਹੋਰ ਲੈ ਕੇ ਆਉਂਦਾ ਹੈ। ਇਸੇ ਪ੍ਰਕਾਰ ਉਦੋਂ ਵੀ ਕੋਈ ਸਿੱਖ ਸਾਹਿਬਾਂ ਦੇ ਚਰਨਾਂ 'ਚ ਦੁੱਧ ਲੈ ਕੇ ਆਇਆ ਤੇ ਕੋਈ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਦਹੀਂ ਲੈ ਕੇ ਆਇਆ ਕਿ ਜੀ। ਤੇ ਸਾਰੇ ਆਪੋ ਆਪਣੇ ਮੁਤਾਬਕ ਭੇਟਾ ਮਹਾਰਾਜ ਦੇ ਚਰਨਾਂ 'ਚ ਰੱਖ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਸੀਸ ਨਵਾ ਰਹੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਦੇ ਪਏ ਸਨ ਜੀ। ਪੀਰੀ ਮੇਰੀ ਤੇਗ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਗਲ ਵਿੱਚ ਮੇਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਨੇ ਜੀ। ਭਈ ਆਪ ਜਗਤ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਜਿਹੜੇ ਗਏ ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਚੁੱਕੇ ਗਏ। ਜੋ ਦੁਸ਼ਟ ਬੇਅਦਬੀ ਅਖੀਰ ਤੇ ਕਵੀ ਜੀ ਕਹਿੰਦੇ ਜਿਹੜਾ ਜਿਹੜਾ ਦੁਸ਼ਟ ਗੁਰੂ ਘਰ ਦੀ ਬੇਅਦਬੀ ਕਰੇਗਾ, ਜਿਹੜਾ ਜਿਹੜਾ ਬੰਦਾ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਘਰ ਦੇ ਵਿਰੋਧ ਵਿੱਚ ਬੋਲਣਾ ਕਰੇਗਾ ਜੀ, ਸੋ ਦਕਸ਼ਿਨ ਫਲ ਦੁਖ ਭੈ ਉਸ ਬੰਦੇ ਨੂੰ ਉਹਦੇ ਕੀਤੇ ਕੋਈ ਕਰਮਾਂ ਦਾ ਫਲ ਜ਼ਰੂਰ ਮਿਲੇਗਾ। ਇਹ ਅਖੀਰ ਤੇ ਦਾਸ ਅੱਗੇ ਵੀ ਰੋਜ਼ ਅਸੀਂ ਬੇਨਤੀ ਕਰਦੇ ਹਾਂ। ਇਹਨਾਂ ਗੱਲਾਂ ਦਾ ਅੰਦਾਜ਼ਾ ਆਪਾਂ ਆਪਣੇ ਪਿੰਡਾਂ ਵਿੱਚੋਂ, ਆਪਣੇ ਆਂਢ ਗੁਆਂਢ ਵਿੱਚੋਂ ਲਾ ਸਕਦੇ ਹਾਂ ਕਿ ਜਿਨ੍ਹਾਂ ਬੰਦਿਆਂ ਨੇ ਗੁਰੂ ਘਰ ਨਾਲ ਮੱਥਾ ਲਾਇਆ ਉਹਨਾਂ ਦਾ ਕੀ ਅਸਰ ਹੋਇਆ। ਭਾਵੇਂ ਕੋਈ ਸਿੱਧਾ ਅਟੈਕ ਕਰਕੇ ਆਇਆ, ਭਾਵੇਂ ਕੋਈ ਗੱਲਾਂ ਬਾਤਾਂ ਨਾਲ ਵਿਰੋਧ ਕਰਦਾ ਕਿ ਇਹ ਅਸੀਂ ਕੱਲ ਵੀ ਬੇਨਤੀ ਕੀਤੀ ਸੀ ਸੰਗਤ ਦੇ ਹਰ ਜਗ੍ਹਾ ਤੇ ਬੰਦੇ ਮਾੜੇ ਚੰਗੇ ਹੁੰਦੇ ਆ। ਹਰ ਜਗ੍ਹਾ ਤੇ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ। ਪਰ ਯਾਦ ਰੱਖੋ ਗੁਰੂ ਥੋੜਾ ਕਦੇ ਮਾੜਾ ਹੁੰਦਾ, ਗੁਰੂ ਤੇ ਸਦਾ ਚੰਗਾ ਹੀ ਹੈ ਨਾ। ਗੁਰੂ ਘਰ ਨਹੀਂ ਕਦੇ ਮਾੜਾ ਹੁੰਦਾ। ਅਸੀਂ ਬੰਦਿਆਂ ਨਾਲ ਥੋੜੀ ਜੁੜਨਾ, ਅਸੀਂ ਤੇ ਗੁਰੂ ਨਾਲ ਜੁੜਨਾ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜੋ। ਬੰਦਿਆਂ ਨਾਲ ਜੁੜੋਗੇ ਇੱਕ ਦਿਨ ਵਿਛੜੋਗੇ। ਬੰਦੇ ਚੰਗੇ ਵੀ ਨੇ, ਮਾੜੇ ਵੀ ਨੇ, ਸੁਖੀ ਵੀ ਹੋਵੋਗੇ, ਦੁਖੀ ਵੀ ਹੋਵੋਗੇ, ਪਰ ਜੇ ਗੁਰੂ ਨਾਲ ਜੁੜੋਗੇ ਤੇ ਗੁਰੂ ਸਦਾ ਹੀ ਚੰਗਾ ਵਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਗੁਰੂ ਮੇਰਾ ਸਦਾ ਨਵਾਂ ਗੇ, ਗੁਰੂ ਮੇਰਾ ਸਦਾ ਚੰਗਾ ਗੇ, ਗੁਰੂ ਸਦਾ ਮੇਰਾ ਚੜ੍ਹਦੀ ਕਲਾ ਵਾਲਾ ਗੇ। ਇਸ ਕਰਕੇ ਆਪ ਜੀ ਨੂੰ ਬੇਨਤੀ ਕਿ ਬੰਦਿਆਂ ਨਾਲ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੋ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੋ। ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡਾ ਪਾਰ ਉਤਾਰਾ ਕਰਨਾ ਹੈ। ਕੇਸਾਂ ਦਾ ਸਤਿਕਾਰ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਬਾਣੀ ਤੇ ਬਾਣੇ ਦੇ ਧਾਰਨੀ ਹੋਵੋ, ਤਾਂ ਜੋ ਸਾਡਾ ਸਭਨਾਂ ਦਾ ਆਇਆ ਹੋਇਆ ਸਫਲ ਹੋ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਖਿਮਾ, ਨੀਅਤ ਕੀਤਾ ਵਕਤ ਪੂਰਾ ਹੋ ਗਏ। ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਸਵਾਗਤ ਹੈ। ਗੁਰੂ ਘਰ ਵੱਲੋਂ ਜੀ ਆਇਆਂ ਨੂੰ ਆਖਦੇ ਆ। ਮਹਾਰਾਜ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਤੇ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ। ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।